ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਰੇਡੀਓ ਸਿੰਘਨਾਦ ਹੈ। ਅੱਜ 22 ਅੱਸੂ ਸੰਮਤ 555 ਨਾਨਕਸ਼ਾਹੀ ਦੇ ਮੁਤਾਬਕ ਦਿਨ ਹੈ ਜੀ ਸ਼ੁੱਕਰਵਾਰ 6 ਅਕਤੂਬਰ 2023। ਸ਼ਾਮ ਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਿਆ ਜਸਵੀਰ ਸਿੰਘ। ਸਾਰੇ ਹੀ ਸੁਣਨ ਵਾਲਿਆਂ ਨੂੰ ਜੀਵਾਂ ਆਖਦਾ ਹੋਇਆ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ, ਸੱਚੇ ਪਾਤਸ਼ਾਹ ਮੇਰਾ ਕਰਨ ਪਰਿਵਾਰਾਂ ਨੂੰ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਨਾਮਦਾਨ ਬੱਚਿਆਂ ਦੀਆਂ ਲੰਮੀਆਂ ਉਮਰਾਂ ਵਿਦਿਆਦਾਨ ਆਪਸੀ ਪਿਆਰ ਮੁਹੱਬਤ ਦੀ ਦਾਤ ਬਖਸ਼ਿਸ਼ ਕਰਕੇ ਮੇਰੇ ਮਾਲਕ ਨੇ ਹਾਲ ਕਰਨ। ਇਹ ਜੋ ਆਵਾਜ਼ ਹੈ ਇਹ ਆਵਾਜ਼ ਤੁਹਾਡੀ ਆਪਣੀ ਆਵਾਜ਼ ਹੈ। ਇਸ ਆਵਾਜ਼ ਦਾ ਮਿਸ਼ਨ ਹੈ ਪੈ ਕਾਹੂੰ ਕੋ ਦੇਤ ਨਹਿ ਪੈਮਾਨ ਧਿਆਨ। ਅਤੇ ਸਾਡੇ ਸਾਰੇ ਹੀ ਗੁਰਬਾਣੀ ਵਿਚਾਰ ਪ੍ਰੋਗਰਾਮ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੇ ਸਿਧਾਂਤ ਨੂੰ ਸਮਰਪਿਤ ਹੁੰਦੇ ਨੇ। ਬਹੁਤ ਬਹੁਤ ਧੰਨਵਾਦ ਉਹਨਾਂ ਸਾਰੇ ਸਰੋਤਿਆਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਘਰ ਘਰ ਤੱਕ ਪਹੁੰਚਾਉਣ ਦੇ ਵਿੱਚ ਮਦਦ ਕਰਦੇ ਨੇ। ਅਤੇ ਇਸ ਹਫ਼ਤੇ ਦੇ ਜੋ ਇਸ ਵੀਕਐਂਡ ਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਨੇ ਉਹਨਾਂ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਇਹ ਜੋ ਸੇਵਾ ਹੈ ਇਹ ਸਾਡੇ ਸਤਿਕਾਰਯੋਗ ਵੀਰ ਜੀ ਸਰਦਾਰ ਚਮਕੌਰ ਸਿੰਘ ਜੀ ਨੇ ਇਹ ਸੇਵਾ ਲਈ ਹੈ। ਅਤੇ ਮੇਰੇ ਪਾਤਸ਼ਾਹ ਦੀ ਰਹਿਮਤ ਦੇ ਨਾਲ ਉਹਨਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਪਿਛਲੇ ਕਾਫੀ ਸਾਲਾਂ ਤੋਂ ਸਾਨੂੰ ਇਸੇ ਤਰ੍ਹਾਂ ਸਹਿਯੋਗ ਜੋ ਹੈ ਉਹ ਦਿੰਦੇ ਆ ਰਹੇ ਨੇ ਅਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਉਹ ਬੀਬੀ ਸੁਖਦੇਵ ਕੌਰ ਜੀ ਦੀ ਮਿੱਠੀ ਦੀ ਨਿੱਘੀ ਯਾਦ ਦੇ ਵਿੱਚ ਸਾਰਾ ਪਰਿਵਾਰ ਅਰਦਾਸਾਂ ਮਾਲਕ ਦੇ ਚਰਨਾਂ 'ਚ ਕਰਦਾ ਹੈ ਕਿ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਜੋ ਬੀਬੀ ਸੁਖਦੇਵ ਕੌਰ ਜੀ ਨੇ ਆਪਣੀ ਜ਼ਿੰਦਗੀ ਦੇ ਸਮੇਂ ਦੇ ਵਿੱਚ ਜੋ ਆਪਣਾ ਯੋਗਦਾਨ ਇਸ ਪਰਿਵਾਰ ਦੀ ਚੜ੍ਹਦੀ ਕਲਾ ਲਈ ਪਾਇਆ, ਉਸ ਦਾ ਧੰਨਵਾਦ। ਸਰਦਾਰ ਚਮਕੌਰ ਸਿੰਘ ਜੀ ਅਤੇ ਬੀਬੀ ਜਗਜੀਤ ਕੌਰ ਜੀ ਬਹੁਤ ਬਹੁਤ ਧੰਨਵਾਦ ਇਸ ਵੀਕਐਂਡ ਦੇ ਜੋ ਪ੍ਰੋਗਰਾਮ ਨੇ ਉਹਨਾਂ ਦੀ ਸੇਵਾ ਲੈਣ ਲਈ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਅਤੇ ਤੁਸੀਂ ਵੀ ਕਿਸੇ ਕਿਸਮ ਦਾ ਸਹਿਯੋਗ ਦੇਣਾ ਚਾਹੁੰਦੇ ਹੋ, ਕੋਈ ਕੰਟਰੀਬਿਊਸ਼ਨ ਕਰਨੀ ਚਾਹੁੰਦੇ ਹੋ ਤਾਂ ਈਮੇਲ ਐਡਰੈਸ ਹੈ ਜੀ jasveersingh@khalsa.com। ਇਹ ਗੁਰਬਾਣੀ ਵਿਚਾਰ ਵਾਸਤੇ ਮੈਂ ਇਨਫੋਰਮੇਸ਼ਨ ਦੇ ਰਿਹਾ। ਅਤੇ ਜੋ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਤੁਸੀਂ ਕੋਈ ਗੱਲਬਾਤ ਟੈਲੀਫੋਨ ਦੇ ਮਾਧਿਅਮ ਦੇ ਰਾਹੀਂ ਕਰਨੀ ਹੋਵੇ ਤਾਂ ਉਹ ਨੰਬਰ ਹੈ 079471204882 ਅਤੇ 44 UK ਦਾ ਕੋਡ ਹੈ। ਬੜੇ ਧੰਨਵਾਦੀ ਹੋਵਾਂਗੇ। ਅਤੇ ਸਿੰਘਨਾਦ TV ਵਾਸਤੇ ਸਿੰਘਨਾਦ.com ਅਤੇ ਉਸ ਦੇ ਵਿੱਚ ਤੁਸੀਂ ਆਪਣਾ ਯੋਗਦਾਨ ਪਾ ਸਕਦੇ ਹੋ। ਵਾਹਿਗੁਰੂ 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 ਵਾਹਿਗੁਰੂ। ਆਓ ਹੁਣ ਪ੍ਰੋਗਰਾਮ ਕਰੀਏ ਸ਼ੁਰੂ। ਮੇਰੇ ਪਾਤਸ਼ਾਹ ਰਹਿਮਤ ਕਰਨ। ਮੇਰਾ ਸਤਿਗੁਰੂ ਮੇਰਾ ਸਤਿਗੁਰੂ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਸੋ ਥਾਨ ਸੁਹਾਵਾ ਰਾਮ ਰਾਜੇ ਜਿੱਥੇ ਜਾਏ
ਸਾਹਿਬ ਹੈ ਮੇਰਾ ਸਤਿਗੁਰੂ, ਮੇਰਾ ਸਤਿਗੁਰੂ, ਮੇਰਾ ਸਤਿਗੁਰੂ, ਮੇਰਾ ਸਤਿਗੁਰੂ। ਗੁਰ ਸਿੱਖੀ ਸੋ ਥਾਨ ਪਾਲਿਆ, ਲੈ ਤੂਰ ਮੁਖ ਲਾਵਾ। ਗੁਰਸਿੱਖੀ ਸੋ ਥਾਨ ਪਾਲਿਆ। ਇਸੇ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਇਸ ਗੁਰਬਾਣੀ ਦੇ ਮਹਾਨ ਬਚਨ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਇੱਕ ਸਥਾਨ ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਸੰਬੰਧਿਤ ਹੈ ਤੇ ਉਸ ਨਗਰ ਦਾ ਨਾਮ ਹੈ ਬਾਗੇਸ਼ਵਰ। ਤੇ 1969 ਤੱਕ ਸਾਨੂੰ ਸਿੱਖਾਂ ਨੂੰ ਪਤਾ ਨਹੀਂ ਸੀ ਤੇ ਡਾਕਟਰ ਪਰਮਵੀਰ ਸਿੰਘ ਜੀ ਪਟਿਆਲਾ ਵਾਲਿਆਂ ਦੇ ਕਥਨ ਦੇ ਅਨੁਸਾਰ ਅਲਮੋੜਾ ਤੋਂ ਤਕਰੀਬਨ 75 ਕਿਲੋਮੀਟਰ ਦੀ ਦੂਰੀ ਤੇ ਸਰਜੂ ਅਤੇ ਗੋਮਤੀ ਨਦੀ ਦੇ ਸੰਗਮ ਸਥਾਨ ਦੇ ਕੰਢੇ ਤੇ ਬਾਗੇਸ਼ਵਰ ਨਗਰ ਵਸਿਆ ਹੋਇਆ ਹੈ। ਤਾਂ ਇੱਥੇ ਸ਼ਿਵ ਜੀ ਦਾ ਇੱਕ ਪੁਰਾਤਨ ਮੰਦਰ ਬਹੁਤ ਪ੍ਰਸਿੱਧ ਹੈ। ਬਾਗੇਸ਼ਵਰ ਦੇ ਇਸ ਪ੍ਰਸਿੱਧ ਮੰਦਰ ਤੋਂ ਲਗਭਗ 100 ਮੀਟਰ ਦੀ ਦੂਰੀ ਤੇ ਗੁਰਦੁਆਰਾ ਸ੍ਰੀ ਥੜਾ ਸਾਹਿਬ ਸੁਸ਼ੋਭਿਤ ਹੈ। ਪੁਰਾਣੇ ਬਾਜ਼ਾਰਾਂ ਵਿੱਚੋਂ ਹੁੰਦੇ ਹੋਏ ਜਦੋਂ ਮੰਦਰ ਕੋਲ ਖੜੇ ਹੋ ਕੇ ਸਰਜੂ ਨਦੀ ਤੋਂ ਆਉਣ ਵਾਲੇ ਵਹਾਅ ਵੱਲ ਨਜ਼ਰ ਮਾਰੀਏ ਤਾਂ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਨਜ਼ਰੀ ਪੈ ਜਾਂਦਾ ਹੈ। ਮੁੱਢਲੇ ਰੂਪ ਵਿੱਚ ਇਹ ਗੁਰਧਾਮ ਕਦੋਂ ਹੋਂਦ ਵਿੱਚ ਆਇਆ ਜਾਂ 1947 ਤੋਂ ਪਹਿਲਾਂ ਇਸ ਦਾ ਕੀ ਰੂਪ ਸੀ, ਇਸ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲਦੀ। ਕਿਹਾ ਜਾਂਦਾ ਹੈ ਕਿ ਪੁਰਾਤਨ ਸਮੇਂ ਵਿੱਚ ਇੱਕ ਥੜੇ ਕੋਲ ਨਿਸ਼ਾਨ ਸਾਹਿਬ ਮੌਜੂਦ ਸੀ ਤੇ ਉੱਥੇ ਰਹਿਣ ਵਾਲੇ ਪੰਜਾਬੀ ਪਰਿਵਾਰ ਇਸ ਦੇ ਦਰਸ਼ਨ ਕਰਨ ਲਈ ਆਉਂਦੇ ਸਨ। ਉੱਥੋਂ ਦੇ ਲੋਕਾਂ ਨਾਲ ਵਿਚਾਰ ਕਰਨ ਤੋਂ ਪਤਾ ਲੱਗਦਾ ਹੈ ਕਿ ਕਿਸੇ ਸਮੇਂ ਇਹ ਇੱਕ ਆਬਾਦ ਅਸਥਾਨ ਸੀ ਤੇ ਮਹੰਤ ਇਸ ਦੀ ਸੇਵਾ ਸੰਭਾਲ ਕਰਦੇ ਸਨ, ਪਰ ਸਮੇਂ ਦੇ ਨਾਲ ਇਸ ਦੇ ਆਲੇ ਦੁਆਲੇ ਸਥਾਨਕ ਲੋਕਾਂ ਵੱਲੋਂ ਕਬਜ਼ੇ ਕਰ ਲਏ ਗਏ, ਪਰ ਫਿਰ ਵੀ ਸ੍ਰੀ ਥੜਾ ਸਾਹਿਬ ਵਾਲਾ ਅਸਥਾਨ ਬਚਿਆ ਰਿਹਾ ਸੀ। ਇਸ ਸਥਾਨ ਸੰਬੰਧੀ ਸਭ ਤੋਂ ਮਹੱਤਵਪੂਰਨ ਜਾਣਕਾਰੀ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਦੇ ਸਾਬਕਾ ਮੈਨੇਜਰ ਗਿਆਨੀ ਹਰਚਰਨ ਸਿੰਘ ਜੀ ਰਾਹੀਂ ਸਾਹਮਣੇ ਆਉਂਦੀ ਹੈ। ਆਪਣੀ ਇੱਕ ਲਿਖਤ ਵਿੱਚ ਗਿਆਨੀ ਜੀ ਦੱਸਦੇ ਹਨ ਕਿ ਅਪ੍ਰੈਲ 1969 ਵਿੱਚ ਬਾਗੇਸ਼ਵਰ ਦੇ ਸ੍ਰੀ ਭਗਵਾਨ ਦਾਸ ਕੱਕੜ ਦੀ ਚਿੱਠੀ ਗੁਰਦੁਆਰਾ ਸ੍ਰੀ ਨਾਨਕ ਮੱਤਾ ਦੇ ਪ੍ਰਧਾਨ ਕਰਨਲ ਲਾਲ ਸਿੰਘ ਜੀ ਨੂੰ ਆਈ, ਜਿਸ ਵਿੱਚ ਦੱਸਿਆ ਗਿਆ ਸੀ ਕਿ ਇਹ ਸਥਾਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਹੈ ਤੇ ਬਹੁਤ ਸਾਰੀ ਜਾਗੀਰ ਗੁਰ ਅਸਥਾਨ ਦੇ ਨਾਂ ਸੀ, ਪਰ ਹੁਣ ਕੇਵਲ ਇੱਕ ਥੜਾ ਹੀ ਬਚਿਆ ਹੈ ਜਿਸ ਤੇ ਨਿਸ਼ਾਨ ਸਾਹਿਬ ਝੂਲ ਰਿਹਾ ਹੈ। ਆਪ ਜੀ ਇਸ ਸਥਾਨ ਦੀ ਸੇਵਾ ਸੰਭਾਲ ਕਰਨ ਦੀ ਕਿਰਪਾ ਕਰੋ। ਪ੍ਰਧਾਨ ਜੀ ਨੇ ਉੱਥੇ ਜਾ ਕੇ ਸਮੁੱਚੀ ਜਾਣਕਾਰੀ ਪ੍ਰਾਪਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਤਾਂ ਸ੍ਰੀ ਵਿਸਾਖੀ ਰਾਮ ਤੇ ਸਰਦਾਰ ਆਸਾ ਸਿੰਘ ਨਾਲ ਉੱਥੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਡਾਕਟਰ ਪਰਮਵੀਰ ਸਿੰਘ ਜੀ ਨੂੰ।
ਉਸ ਸਮੇਂ ਇਹ ਨਗਰ ਅਲਮੋੜਾ ਜ਼ਿਲ੍ਹੇ ਵਿੱਚ ਪੈਂਦਾ ਸੀ ਤੇ ਉੱਥੋਂ ਦੇ ਮਾਲ ਮਹਿਕਮੇ ਵਿੱਚੋਂ ਇਸ ਗੁਰਧਾਮ ਦੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨ ਵਾਲੇ ਕਾਗਜ਼ ਨਜ਼ਰੀ ਪਏ, ਜਿਹੜੇ ਕਿ ਉੱਥੋਂ ਦੇ ਰਾਜੇ ਬਾਜ਼ ਬਹਾਦਰ ਦੁਆਰਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਂ ਜ਼ਮੀਨ ਭੇਟ ਕਰਨ ਦੀ ਸ਼ਾਦੀ ਭਰਦੇ ਸਨ। ਸਰਕਾਰੀ ਰਿਕਾਰਡ ਵਿੱਚ ਇਹ ਜਾਣਕਾਰੀ ਦਰਜ ਕੀਤੀ ਮਿਲਦੀ ਹੈ। ਜੋ ਲਫ਼ਜ਼ ਲਿਖੇ ਨੇ, 1835 ਈਸਵੀ ਮਹਾਰਾਜ ਅਧਿਰਾਜ ਬਾਜ਼ ਬਹਾਦਰ ਚੰਦ ਕਤਯੂਰ ਭੂਮੀ ਚੜਾਈ, ਬਾਮੂਜਬ ਹੁਕਮ ਅਧਿਕਾਰੀ ਗੁਰੂ ਨਾਨਕ ਬਾਲਾ ਜ਼ਮੀਨ ਸ਼ਾਮਲ ਖਾਲਸਾ ਮੰਡਲ ਸ਼ੇਰਾ ਕੇ ਹੁਆ। ਇਹ ਅੰਦਰਾਜ ਹੈ ਜੀ, ਉਹਦੇ ਵਿੱਚ ਦਰਜ ਹੈ ਇਹ ਜੋ ਮੈਂ ਲਫ਼ਜ਼ ਪੜ੍ਹਿਆ। ਇਸੇ ਨਾਲ ਹੀ ਗੁਰਦੁਆਰੇ ਨੂੰ 400 ਨਾਲੀ ਜ਼ਮੀਨ ਭੇਟ ਕਰਨ ਦਾ ਵੇਰਵਾ ਵੀ ਮਿਲਦਾ ਹੈ ਤੇ ਨਾਲੀ ਇਹ ਹੈ ਵੀ 20 ਨਾਲੀ ਦਾ 1 ਏਕੜ ਮੰਨਿਆ ਜਾਂਦਾ ਹੈ। ਇਸ ਹਿਸਾਬ ਨਾਲ 20 ਏਕੜ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਂ ਲਗਾਈ ਗਈ ਸੀ। ਉਸ ਇਲਾਕੇ ਵਿੱਚ ਰਾਜਿਆਂ ਮਹਾਰਾਜਿਆਂ ਦੁਆਰਾ ਧਰਮ ਅਰਥ ਦਾਨ ਕੀਤੀ ਜਾਣ ਵਾਲੀ ਜ਼ਮੀਨ ਨੂੰ ਗੂੰਠ ਕਿਹਾ ਜਾਂਦਾ ਸੀ। ਅਜੇ ਵੀ ਇਸੇ ਤਰ੍ਹਾਂ ਇਹ ਲਫ਼ਜ਼ ਵਰਤਿਆ ਜਾਂਦਾ, ਗੂੰਠ। ਗਿਆਨੀ ਜੀ ਦੱਸਦੇ ਹਨ ਕਿ ਮਹਾਰਾਜਾ ਬਾਜ਼ ਬਹਾਦਰ ਚੰਦ ਕਤਿਊਰ ਨੇ ਇਹ ਜ਼ਮੀਨ ਗੁਰੂ ਸਾਹਿਬ ਦੇ ਨਾਂ ਭੇਂਟ ਕੀਤੀ ਸੀ। ਮਾਲ ਮਹਿਕਮੇ ਦੇ ਕਾਗਜ਼ਾਂ ਵਿੱਚ ਦਰਜ ਇਸ ਜ਼ਮੀਨ ਤੇ ਹੁਣ ਕਬਜ਼ੇ ਹੋ ਗਏ ਹਨ, ਜਿਸ ਵਿੱਚ ਇਸ ਸਥਾਨ ਦੇ ਪੁਜਾਰੀਆਂ ਦਾ ਬਹੁਤ ਕਸੂਰ ਦੱਸਿਆ ਜਾਂਦਾ ਹੈ, ਜਿਨ੍ਹਾਂ ਨੇ ਗੁਰਦੁਆਰਾ ਸ੍ਰੀ ਥੜਾ ਸਾਹਿਬ ਤੇ ਨਿਸ਼ਾਨ ਸਾਹਿਬ ਨੂੰ ਛੱਡ ਕੇ ਹੌਲੀ ਹੌਲੀ ਸਾਰੀ ਜ਼ਮੀਨ ਬਾਹਰਲੇ ਲੋਕਾਂ ਨੂੰ ਵੇਚ ਦਿੱਤੀ ਸੀ। ਜਦੋਂ ਗਿਆਨੀ ਹਰਚਰਨ ਸਿੰਘ ਉੱਥੇ ਗਏ ਸਨ ਤਾਂ ਸ਼ੰਕਰ ਲਾਲ ਪੁਜਾਰੀ ਉਸ ਸਥਾਨ ਦੀ ਸੇਵਾ ਸੰਭਾਲ ਕਰਦਾ ਸੀ ਤੇ ਆਪਣਾ ਗੁਜ਼ਾਰਾ ਕਰਨ ਲਈ ਉਸਨੇ ਇੱਕ ਛੋਟਾ ਜਿਹਾ ਹੋਟਲ ਖੋਲ੍ਹ ਰੱਖਿਆ ਸੀ। ਗੁਰਦੁਆਰਾ ਨਾਨਕ ਮੱਤਾ ਦੀ ਕਮੇਟੀ ਨੇ ਇੱਥੋਂ ਦੇ ਇੱਕ ਪ੍ਰਚਾਰਕ ਗਿਆਨੀ ਪ੍ਰੀਤਮ ਸਿੰਘ ਜੀ ਜੱਬੋਵਾਲ ਨੂੰ ਬਾਗੇਸ਼ਵਰ ਭੇਜਿਆ ਸੀ, ਜਿਸ ਨੇ ਉੱਥੋਂ ਦੇ ਪੰਜਾਬੀ ਪਰਿਵਾਰਾਂ ਨਾਲ ਮਿਲ ਕੇ ਇਸ ਗੁਰਧਾਮ ਦੀ ਸਾਂਭ ਸੰਭਾਲ ਲਈ ਵਿਸ਼ੇਸ਼ ਯਤਨ ਆਰੰਭ ਕਰ ਦਿੱਤੇ ਸਨ। ਛੇਤੀ ਹੀ ਥੜਾ ਦੇ ਨਾਲ 2 ਕਮਰੇ ਲੈ ਕੇ ਇੱਕ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕਰ ਦਿੱਤਾ ਗਿਆ ਤੇ ਦੂਜਾ ਗ੍ਰੰਥੀ ਸਿੰਘ ਦੀ ਰਿਹਾਇਸ਼ ਲਈ ਵਰਤਿਆ ਜਾਣ ਲੱਗਿਆ ਸੀ। 1975 ਈਸਵੀ ਵਿੱਚ ਗੁਰਦੁਆਰੇ ਦੇ ਨਾਲ ਲੱਗਦੇ ਘਰਾਂ ਦੇ ਲਗਭਗ ਸਮੂਹ ਕਮਰਿਆਂ ਦਾ ਕਬਜ਼ਾ ਛੁਡਾ ਕੇ ਪ੍ਰਬੰਧ ਵਿੱਚ ਸੁਧਾਰ ਲਿਆਉਣ ਦਾ ਯਤਨ ਕੀਤਾ ਗਿਆ। ਇਸ ਗੁਰਦੁਆਰੇ ਦੀ ਸੇਵਾ ਸੰਭਾਲ ਵਿੱਚ ਬਾਗੇਸ਼ਵਰ ਦੇ ਪੰਜਾਬੀ ਪਰਿਵਾਰਾਂ ਦਾ ਵਿਸ਼ੇਸ਼ ਯੋਗਦਾਨ ਸੀ। ਇਸ ਲਈ ਜਦੋਂ ਪ੍ਰਬੰਧ ਨੂੰ ਪੱਕੇ ਪੈਰੀਂ ਕਰਨ ਲਈ ਇੱਕ ਸਥਾਨਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਤਾਂ ਸ੍ਰੀ ਭਗਵਾਨ ਦਾਸ ਕੱਕੜ ਨੂੰ ਪ੍ਰਧਾਨ ਅਤੇ ਸਰਦਾਰ ਜੋਗਿੰਦਰ ਸਿੰਘ ਜੀ ਨੂੰ ਸੈਕਟਰੀ ਬਣਾਇਆ ਗਿਆ। ਬੈਂਕ ਵਿੱਚ ਗੁਰਦੁਆਰਾ ਦੇ ਨਾਮ ਖਾਤਾ ਖੋਲ੍ਹਿਆ ਗਿਆ, ਜਿਸ ਵਿੱਚ ਦਾਨੀ ਸੱਜਣਾਂ ਦੁਆਰਾ ਦਿੱਤੀ ਗਈ ਮਾਇਆ ਨਾਲ ਗੁਰਦੁਆਰੇ ਦੀ ਜ਼ਮੀਨ ਤੇ ਕਾਬਜ਼ ਲੋਕਾਂ ਨੂੰ ਹਟਾਇਆ ਗਿਆ ਤੇ ਪ੍ਰਬੰਧ ਵਿੱਚ ਨਿਰੰਤਰ ਸੁਧਾਰ ਹੋਣ ਲੱਗਿਆ। ਉੱਤਰਾਖੰਡ ਦੀ ਯਾਤਰਾ ਕਰਦੇ ਹੋਏ ਜਦੋਂ 4 ਮਈ 2023 ਨੂੰ ਇਸ ਗੁਰਦੁਆਰਾ ਸਾਹਿਬ ਵਿਖੇ ਅਸੀਂ ਦਰਸ਼ਨ ਕਰਨ ਲਈ ਪੁੱਜੇ ਤਾਂ ਸ੍ਰੀ ਕ੍ਰਿਸ਼ਨ ਕੁਮਾਰ ਸੋਨੀ ਨਾਲ ਮੁਲਾਕਾਤ ਹੋਈ। ਇਹਨਾਂ ਨੂੰ ਸੋਨੀ ਪ੍ਰਧਾਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਮੌਜੂਦਾ ਸਮੇਂ ਵਿੱਚ ਇਹੀ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਵਿੱਚ ਵਿਸ਼ੇਸ਼ ਰੁਚੀ ਲੈ ਰਹੇ ਨੇ। ਇਹ ਸ੍ਰੀ ਪਰਸ਼ੂਰਾਮ ਸੋਨੀ ਦੇ ਸੁਪੁੱਤਰ ਹਨ, ਜਿਹੜੇ ਕਿ 1947 ਵਿੱਚ ਦੇਸ਼ ਦੀ ਵੰਡ ਬਾਅਦ ਪਾਕਿਸਤਾਨ ਤੋਂ ਇੱਥੇ ਆ ਕੇ ਵਸ ਗਏ ਸਨ। ਇਹਨਾਂ ਦੇ ਨਾਲ ਹੀ ਕੁਝ ਹੋਰ ਪੰਜਾਬੀ ਸਹਿਜਧਾਰੀ ਪਰਿਵਾਰ ਵੀ ਇੱਥੇ ਆ ਕੇ ਵਸ ਗਏ ਸਨ। ਇਹਨਾਂ ਨੇ ਦੱਸਿਆ ਕਿ ਇੱਥੇ ਮੌਜੂਦ ਪੰਜਾਬੀ ਸਹਿਜਧਾਰੀ ਪਰਿਵਾਰਾਂ ਨੇ ਇਕੱਠੇ ਹੋ ਕੇ ਗੁਰਦੁਆਰੇ ਦੀ ਸੇਵਾ ਸੰਭਾਲ ਤਾਂ ਆਰੰਭ ਕਰ ਦਿੱਤੀ, ਪਰ ਇਹ ਜਗ੍ਹਾ ਬਹੁਤ ਥੋੜ੍ਹੀ ਸੀ। ਪਿਤਾ ਜੀ ਅਤੇ ਕੁਝ ਹੋਰ ਪੰਜਾਬੀ
ਪਰਿਵਾਰਾਂ ਨੇ ਰਲ ਕੇ ਗੁਰਦੁਆਰੇ ਦੇ ਨਾਲ ਲੱਗਦੀ ਜ਼ਮੀਨ ਲੈਣੀ ਸ਼ੁਰੂ ਕਰ ਦਿੱਤੀ ਸੀ ਤੇ ਪੱਥਰਾਂ ਵਾਲੇ ਇੱਕ ਛੋਟੇ ਜਿਹੇ 2 ਮੰਜ਼ਿਲਾ ਗੁਰਦੁਆਰੇ ਦੀ ਉਸਾਰੀ ਕਰ ਲਈ ਸੀ। 1984 ਵਿੱਚ ਭਾਰਤ ਸਰਕਾਰ ਦੁਆਰਾ ਕਰਵਾਏ ਗਏ ਸਿੱਖ ਕਤਲੇਆਮ ਸਮੇਂ ਇਹਨਾਂ ਦੀ ਉਮਰ ਲਗਭਗ 16 ਸਾਲ ਦੀ ਸੀ ਤੇ ਉਸ ਸਮੇਂ ਇਸ ਗੁਰਦੁਆਰੇ ਦਾ ਭਾਰੀ ਨੁਕਸਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਦਬੀ ਵੀ ਹੋਈ ਸੀ। ਗੁਰਦੁਆਰੇ ਨਾਲ ਇਹਨਾਂ ਦਾ ਬਹੁਤ ਲਗਾਓ ਸੀ ਤੇ ਇਸ ਦੀ ਪੁਨਰ ਉਸਾਰੀ ਤੇ ਮਾਣ ਮਰਿਆਦਾ ਬਹਾਲ ਕਰਨ ਦੀ ਮਨ ਵਿੱਚ ਬਹੁਤ ਇੱਛਾ ਸੀ। ਉਸ ਸਮੇਂ ਇਹ ਕਾਸ਼ੀਪੁਰ ਵਿੱਚ ਪੜ੍ਹ ਰਹੇ ਸਨ ਤੇ ਗੁਰਦੁਆਰਾ ਨਾਨਕ ਮਤਾ ਦਰਸ਼ਨ ਕਰਨ ਲਈ ਗਏ ਤਾਂ ਉੱਥੇ ਬਾਬਾ ਫੌਜਾ ਸਿੰਘ ਕਾਰ ਸੇਵਾ ਵਾਲਿਆਂ ਨਾਲ ਮੁਲਾਕਾਤ ਹੋਈ। ਉਹਨਾਂ ਨੇ ਪੁੱਛਿਆ, ਕਿੱਥੋਂ ਆਏ ਹੋ? ਤਾਂ ਦੱਸਿਆ ਕਿ ਬਾਗੇਸ਼ਵਰ ਦਾ ਰਹਿਣ ਵਾਲਾ ਹਾਂ। ਉਹਨਾਂ ਨੂੰ 1984 ਤੋਂ ਬਾਅਦ ਪੈਦਾ ਹੋਏ ਹਾਲਾਤ ਦੇ ਮੱਦੇ-ਨਜ਼ਰ ਬਾਗੇਸ਼ਵਰ ਦੇ ਗੁਰਦੁਆਰਾ ਬਾਰੇ ਜਾਣਕਾਰੀ ਦਿੱਤੀ ਤਾਂ ਉਹ ਗੁਰਦੁਆਰੇ ਦੀ ਪੁਨਰ ਉਸਾਰੀ ਲਈ ਯਤਨਸ਼ੀਲ ਹੋ ਗਏ। ਇਹਨਾਂ ਦੇ ਸਮੇਂ ਗੁਰਦੁਆਰੇ ਦੀ ਨਵ ਉਸਾਰੀ ਹੋਈ ਸੀ ਤੇ ਇਹਨਾਂ ਤੋਂ ਬਾਅਦ ਬਾਬਾ ਤਰਸੇਮ ਸਿੰਘ ਜੀ ਇਸ ਸਥਾਨ ਦੀ ਸੇਵਾ ਸੰਭਾਲ ਕਰ ਰਹੇ ਹਨ। ਲੰਗਰ ਦੀ ਇਮਾਰਤ ਅਤੇ ਰਿਹਾਇਸ਼ ਲਈ ਕਮਰਿਆਂ ਦੀ ਉਸਾਰੀ ਵਿੱਚ ਇਹਨਾਂ ਦਾ ਹੀ ਵਿਸ਼ੇਸ਼ ਯੋਗਦਾਨ ਹੈ। ਸੋਨੀ ਪ੍ਰਧਾਨ ਨੇ ਦੱਸਿਆ ਕਿ ਇਹ ਰਸਤਾ ਕੈਲਾਸ਼ ਪਰਬਤ ਵੱਲ ਜਾਂਦਾ ਹੈ ਅਤੇ 1984 ਤੋਂ ਪਹਿਲਾਂ ਹੇਮਕੁੰਟ ਤੇ ਜਾਣ ਲਈ ਜੋ ਸੰਗਤ ਸੀ ਉਹ ਵਾਪਸੀ ਸਮੇਂ ਕਰਨ, ਪ੍ਰਯਾਗ, ਥਰੈਲੀ, ਗਵਾਲਦਮ, ਬੈਜਨਾਥ ਆਦਿ ਨਗਰਾਂ ਵਿੱਚੋਂ ਹੁੰਦੇ ਹੋਏ ਬਾਗੇਸ਼ਵਰ ਵਿਖੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਇਸ ਸਥਾਨ ਤੇ ਦਰਸ਼ਨ ਕਰਨ ਲਈ ਆਉਂਦੀ ਸੀ ਤੇ ਇੱਥੋਂ ਅੱਗੇ ਰੀਠਾ ਸਾਹਿਬ ਤੇ ਨਾਨਕ ਮਤੇ ਦੇ ਦਰਸ਼ਨ ਕਰਨ ਲਈ ਚਲੀ ਜਾਂਦੀ ਸੀ। ਮੌਜੂਦਾ ਸਮੇਂ ਵਿੱਚ ਲਗਭਗ 3500 ਸਕੁਅਰ ਫੁੱਟ ਜ਼ਮੀਨ ਤੇ ਦਰਬਾਰ ਹਾਲ, ਲੰਗਰ ਹਾਲ ਤੇ ਰਿਹਾਇਸ਼ ਲਈ ਕਮਰੇ ਬਣੇ ਹੋਏ ਹਨ। ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਵਿੱਚ ਭਾਵੇਂ ਕਿ ਰੀਠਾ ਸਾਹਿਬ ਵਿਖੇ ਕਾਰ ਸੇਵਾ ਕਰ ਰਹੇ ਬਾਬਾ ਤਰਸੇਮ ਸਿੰਘ ਤੇ ਬਾਬਾ ਸ਼ਾਮ ਸਿੰਘ ਦਾ ਵਡਮੁੱਲਾ ਯੋਗਦਾਨ ਹੈ, ਪਰ ਇਸ ਨੂੰ ਹੋਰ ਵਧੇਰੇ ਸੁਚੱਜੇ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਹਨਾਂ ਨੇ ਇੱਕ ਪਿੱਪਲ ਬਾਰੇ, ਜੋ ਪਿੱਪਲ ਦਾ ਦਰਖਤ ਹੈ, ਉਸ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ, ਜਿਹੜਾ ਕਿ ਗੁਰਦੁਆਰੇ ਤੋਂ ਤਕਰੀਬਨ 2 ਕਿਲੋਮੀਟਰ ਦੂਰ ਹੈ। ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਭ ਤੋਂ ਪਹਿਲਾਂ ਇਸ ਪਿੱਪਲ ਹੇਠਾਂ ਆ ਕੇ ਬਿਰਾਜਮਾਨ ਹੋਏ ਸਨ। ਕਹਿੰਦੇ ਨੇ ਇਹ ਪਿੱਪਲ ਸੁੱਕਿਆ ਹੋਇਆ ਸੀ ਤੇ ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਨਾਲ ਇਹ ਹਰਾ ਹੋ ਗਿਆ ਸੀ। ਇਸ ਪਿੱਪਲ ਦੀ ਇਲਾਕੇ ਦੇ ਲੋਕਾਂ ਦੇ ਵਿੱਚ ਬਹੁਤ ਮਾਨਤਾ ਹੈ। ਜਦੋਂ ਇਸ ਪਿੱਪਲ ਨੂੰ ਦੇਖਣ ਗਏ ਤਾਂ ਪਤਾ ਲੱਗਿਆ ਕਿ ਸਥਾਨਕ ਲੋਕਾਂ ਨੇ ਆਪਣੇ ਵਿਸ਼ਵਾਸ ਅਨੁਸਾਰ ਇਸ ਦਰਖਤ ਦੇ ਆਲੇ ਦੁਆਲੇ ਛੋਟੀਆਂ-ਛੋਟੀਆਂ ਮੂਰਤੀਆਂ ਰੱਖ ਲਈਆਂ ਹਨ। ਅਖੀਰ ਪ੍ਰਧਾਨ ਜੀ ਨੇ ਦੱਸਿਆ ਕਿ ਗੁਰਦੁਆਰਾ ਦੇ ਨਾਲ ਸੰਬੰਧਿਤ ਬਹੁਤ ਸਾਰੇ ਕਾਰਜ ਕਰਨੇ ਬਾਕੀ ਹਨ, ਜਿਨ੍ਹਾਂ ਨੂੰ ਪੂਰਾ ਕਰਨ ਲਈ ਮਾਇਆ ਦੀ ਲੋੜ ਪੈਂਦੀ ਹੈ ਤੇ ਕਹਿੰਦੇ ਨੇ ਥੋੜੇ ਬਹੁਤੇ ਕਾਰਜ ਤਾਂ ਆਪ ਹੀ ਕਰ ਲਏ ਜਾਂਦੇ ਹਨ, ਪਰ ਵੱਡੇ ਕਾਰਜ ਲਈ ਕੁਝ ਔਖ ਹੋ ਜਾਂਦੀ ਹੈ। ਤੇ ਜੇਕਰ ਕਹਿੰਦੇ ਸਿੱਖ ਸੰਗਤ ਹੈ ਉਸ ਨੂੰ ਜਾਣਕਾਰੀ ਦਿੱਤੀ ਜਾਵੇ ਕਿ 1984 ਤੋਂ ਉਹਦਾ ਫਲ ਇਹ ਹੋ ਸਕਦਾ ਹੈ ਕਿ 1984 ਤੋਂ ਪਹਿਲਾਂ ਵਾਲੀ ਰੌਣਕ ਵਾਪਸ ਪਰਤ ਸਕਦੀ ਹੈ। ਇਹ ਸੀ ਜੀ ਉਸ ਅਸਥਾਨ ਬਾਰੇ ਜਾਣਕਾਰੀ, ਜਿਹੜੀ ਕਿ ਕਿਉਂਕਿ ਸਾਡੇ, ਮੈਂ ਉਹੀ ਗੱਲ ਕਈ ਵਾਰੀ ਕਹਿੰਦਾ ਕਿ ਸਾਨੂੰ ਹੋਰ ਜਿਹੜੇ ਕਈ ਐਸੇ ਸਾਡੇ ਮਸਲੇ ਨੇ ਸਾਡੀ ਕੌਮ ਦੇ, ਉਹਨਾਂ ਨੂੰ ਅਸੀਂ ਵਿਚਾਰਨ ਜਾਂ ਉਹਨਾਂ 'ਤੇ ਕੋਈ ਕੰਮ ਕਰਨ ਦਾ ਸਾਡੇ ਕੋਲ ਟਾਈਮ ਹੀ ਨਹੀਂ ਹੈ। ਹੋਰ ਜੋ ਬੇਫਜ਼ੂਲ ਸਾਡੇ ਮੁੱਦੇ ਨੇ ਉਹਨਾਂ ਨੂੰ ਅਸੀਂ ਬਿਨਾਂ ਕਿਸੇ ਮਤਲਬ ਦੇ ਆਪਣਾ ਕੀਮਤੀ ਸਮਾਂ ਬਰਬਾਦ ਕਰ ਰਹੇ ਹਾਂ। ਗੁਰੂ ਮਹਾਰਾਜ ਸਾਨੂੰ ਸੁਮਤ ਬਖਸ਼ੇ ਤੇ ਉਸ ਮੇਰੇ ਮਾਲਕ ਦੀ ਰਹਿਮਤ ਨਾਲ ਆਪਾਂ ਰਲ ਮਿਲ ਕੇ ਗੁਰੂ ਮਹਾਰਾਜ ਦੇ ਜਿਹੜੇ ਅਸਥਾਨ ਨੇ, ਜਿੱਥੇ ਮੇਰੇ ਪਾਤਸ਼ਾਹ ਨੇ ਚਰਨ ਪਾਏ ਨੇ, ਉਹਨਾਂ ਅਸਥਾਨਾਂ ਨੂੰ ਅਸੀਂ ਉਸੇ ਹੀ ਹਾਲਤ ਵਿੱਚ ਦਰਸ਼ਨ ਕਰ ਸਕੀਏ ਤਾਂ ਕਿ ਸਾਨੂੰ
ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਯਾਦਗਾਰ ਵਾਲਾ ਇਹ ਅਸਥਾਨ ਸਾਨੂੰ ਸਦਾ ਹੀ ਇਹ ਯਾਦ ਦਿਵਾਉਂਦਾ ਰਹੇ ਕਿ ਮੇਰੇ ਪਾਤਸ਼ਾਹ ਆਪਣੇ ਪੈਦਲ ਇਸ ਇਲਾਕੇ ਤੱਕ ਵੀ ਪਹੁੰਚੇ ਸਨ ਤੇ ਉੱਥੇ ਗੁਰੂਆਂ ਨੇ ਜੋ ਬਖਸ਼ਿਸ਼ ਕੀਤੀ ਹੈ, ਉੱਥੋਂ ਦੇ ਲੋਕ ਅਜੇ ਵੀ ਉਸ ਮਾਲਕ ਦੇ ਸ਼ੁਕਰਾਨੇ ਵਜੋਂ ਉੱਥੇ ਮੱਥਾ ਟੇਕਦੇ ਨੇ ਤੇ ਗੁਰੂ ਮਹਾਰਾਜ ਸਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੇ ਇਸੇ ਤਰ੍ਹਾਂ ਸਾਨੂੰ ਸਮਤ ਬਖਸ਼ਣ। ਸੋ ਥਾਨ ਸੁਹਾਵਾ ਰਾਮ ਨਾਚੇ। ਤੇ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਇਹ ਜੋ ਇਤਿਹਾਸਕ ਅਸਥਾਨ ਨੇ ਉਹਨਾਂ ਦੇ ਬਾਰੇ ਜਾਣਕਾਰੀ, ਕਿਉਂਕਿ ਗੁਰਧਾਮਾਂ ਦੇ ਜਿਹੜੀ ਯਾਤਰਾ ਅਸੀਂ ਕਹਿੰਦੇ ਹਾਂ ਉਹਦਾ ਮਕਸਦ ਇਹੀ ਹੈ ਕਿ ਸਾਨੂੰ ਗੁਰੂ ਦੀ ਯਾਦ ਆਵੇ। ਪਰ ਕਈ ਵਾਰੀ ਅਫਸੋਸ ਨਾਲ ਕਹਿਣਾ ਪੈਂਦਾ, ਜਦੋਂ ਸੰਗਤਾਂ ਉੱਥੇ ਜਾਂਦੀਆਂ ਨੇ ਕਿਸੇ ਵੀ ਗੁਰਧਾਮ ਤੇ ਇਤਿਹਾਸਕ ਅਸਥਾਨ ਤੇ, ਪਰ ਜੋ ਉੱਥੇ ਇਤਿਹਾਸ ਲਿਖਿਆ ਮਿਲਦਾ ਹੈ ਉਹ ਬਿਲਕੁਲ ਗੁਰਮਤਿ ਦੇ ਉਲਟ ਹੁੰਦਾ। ਤੇ ਕਹਿਣ ਦਾ ਮਤਲਬ ਹੁਣ ਉੱਥੋਂ ਕੀ ਕੋਈ ਸੁਨੇਹਾ ਲੈ ਕੇ ਆਏਗਾ, ਕਿਉਂਕਿ ਕਰਾਮਾਤੀ ਸਾਖੀਆਂ ਜੋੜ ਕੇ ਜਦੋਂ ਉੱਥੇ ਲਿਖਿਆ ਜਾਂਦਾ ਤਾਂ ਉਹ ਫਿਰ ਖਾਸ ਤੌਰ ਤੇ ਪ੍ਰੋਬਲਮ ਆ ਜਾਂਦੀ ਹੈ। ਹੁਣ ਜਿਸ ਤਰ੍ਹਾਂ ਮੈਂ ਮਿਸਾਲ ਦੇ ਤੌਰ ਤੇ ਵੀ ਹਰ ਵਿਅਕਤੀ ਨੂੰ ਪਤਾ, ਹਰ ਸਿੱਖ ਨੂੰ ਪਤਾ, ਜਿਹੜਾ ਵੀ ਭਾਸ਼ਾ ਦਾ, ਜਿਹੜਾ ਵੀ ਬੋਲੀ ਦਾ ਥੋੜ੍ਹਾ ਬਹੁਤਾ ਵੀ ਗਿਆਨ ਰੱਖਦਾ, ਉਹਨੂੰ ਪਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਬਣਤਰ ਹੈ ਉਹ ਕਿਸ ਤਰ੍ਹਾਂ। ਇਹ ਜ਼ਰੂਰੀ ਨਹੀਂ ਵੀ ਉਹਨੇ ਕਿਸੇ ਤੋਂ ਸਿੱਖਿਆ ਲਈ ਹੋਵੇ, ਕਿਉਂਕਿ ਜਦੋਂ ਉਹ ਦੇਖਦਾ ਉਸ ਸਮੇਂ ਦੇ ਮੁਤਾਬਕ ਤਾਂ ਉਹ ਦੇਖਦਾ ਹੈ ਵੀ ਉਸ ਵੇਲੇ ਗੁਰਮੁਖੀ ਦੇ ਵਿੱਚ ਜਿਹੜੀ, ਮੈਂ ਫਿਰ ਬੇਨਤੀ ਕਰ ਦੇਵਾਂ, ਗੁਰਬਾਣੀ ਤੇ ਪੰਜਾਬੀ ਦੋ ਭਾਸ਼ਾਵਾਂ ਨੇ, ਦੋ ਵੱਖ-ਵੱਖ ਬੋਲੀਆਂ ਨੇ। ਪੰਜਾਬੀ ਜਿਹੜੀ ਜ਼ਬਾਨ ਹੈ, ਪੰਜਾਬੀ ਜਿਹੜੀ ਬੋਲੀ ਹੈ, ਇਹ ਪੰਜਾਬ ਦੀ ਬੋਲੀ ਹੈ ਤੇ ਜਿਹੜੀ ਗੁਰਬਾਣੀ ਹੈ, ਜਿਸ ਨੂੰ ਪਹਿਲਾਂ ਉਸ ਵੇਲੇ ਸਾਧ ਭਾਖਾ ਕਿਹਾ ਜਾਂਦਾ ਸੀ, ਇਹ ਧਾਰਮਿਕ ਬੋਲੀ ਹੈ, ਜਿਹੜੇ ਕਿ ਹਰ ਧਾਰਮਿਕ ਵਿਅਕਤੀ, ਕੋਈ ਵੀ ਸੰਤ ਭਗਤ ਗੁਰਮੁਖ ਪਿਆਰੇ, ਉਹ ਇੱਕ ਦੂਜੇ ਦੀ ਗੱਲ ਸਮਝਦੇ ਸਨ। ਹੁਣ ਬੇਸ਼ੱਕ ਭਗਤ ਨਾਮਦੇਵ ਜੀ ਮਰਹੱਟਾ ਇਲਾਕੇ 'ਚ ਉਧਰ ਹੋਏ ਤੇ ਇਸੇ ਤਰ੍ਹਾਂ ਕਬੀਰ ਜੀ ਬਨਾਰਸ ਵਾਲੇ ਪਾਸੇ, ਰਵਿਦਾਸ ਜੀ, ਹੋਰ ਜਿੰਨੇ ਵੀ ਭਗਤ ਵੱਖ-ਵੱਖ ਇਲਾਕਿਆਂ ਤੋਂ ਆਏ, ਉਹ ਆਪਣੀ ਉਹਨਾਂ ਦੀ ਬੋਲੀ। ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨਾਲ ਜਦੋਂ ਵੀ ਜਿਸ ਕਿਸੇ ਵਿਅਕਤੀ ਦਾ ਮਿਲਾਪ ਹੋਇਆ ਤਾਂ ਗੁਰੂ ਸਾਹਿਬ ਜੀ ਮਹਾਰਾਜ ਉਹਦੀ ਬੋਲੀ ਸਮਝਦੇ ਸਨ ਤੇ ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਬੋਲੀ ਸਮਝਦੇ ਸਨ। ਮਿਸਾਲ ਦੇ ਤੌਰ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹਿੰਦੂ ਧਰਮ ਸਥਾਨਾਂ ਤੇ ਗਏ ਨੇ, ਉੱਥੇ ਉਹ ਪੰਡਤ ਉਹਨਾਂ ਦੀ ਬੋਲੀ ਸਮਝਦੇ ਸਨ ਤੇ ਗੁਰੂ ਜੀ ਉਹਨਾਂ ਦੀ ਪੰਡਤਾਂ ਦੀ ਬੋਲੀ ਸਮਝਦੇ ਸਨ। ਜਦੋਂ ਅਰਬ ਕੰਟਰੀਜ਼, ਅਰਬ ਦੇਸ਼ ਵਿੱਚ ਗਏ ਤਾਂ ਉੱਥੇ ਅਰਬੀ, ਫਾਰਸੀ, ਈਰਾਨ ਵਗੈਰਾ ਸਾਰੇ ਉਧਰ ਇਲਾਕਿਆਂ 'ਚ ਗਏ, ਉੱਥੋਂ ਦੀ ਬੋਲੀ ਸਮਝਦੇ ਸਨ। ਇੱਥੋਂ ਤੱਕ ਜਦੋਂ ਪੋਪ ਦੇ ਨਾਲ ਮੁਲਾਕਾਤ ਹੋਈ ਤਾਂ ਉਸ ਵੇਲੇ ਜਿਹੜੀ ਰੋਮਨ ਲੈਂਗੁਏਜ ਸੀ ਉਹ ਸਮਝਦੇ ਸਨ ਤੇ ਜੋ ਵੈਟੀਕਨ ਹੈ ਉਹਨਾਂ ਨੇ ਇਸ ਬਾਰੇ ਡਾਕੂਮੈਂਟਸ ਵੀ ਜਾਰੀ ਕੀਤੇ ਨੇ। ਪਰ ਹੈਰਾਨੀ ਇਹ ਹੈ ਸਾਡੇ ਵਾਸਤੇ ਕਿ ਅਸੀਂ ਗੁਰੂ ਸਾਹਿਬ ਜੀ ਦੀ ਗੱਲ ਸਮਝੇ ਨਹੀਂ ਸਕੇ। ਕਾਰਨ
ਅਜੇ ਤੱਕ ਸਾਨੂੰ ਸਾਡਾ ਪ੍ਰਚਾਰਕ ਇਹ ਨਹੀਂ ਦੱਸ ਸਕਿਆ ਕਿ ਗੁਰਬਾਣੀ ਇੱਕ ਵੱਖਰੀ ਭਾਸ਼ਾ ਹੈ, ਇੱਕ ਵੱਖਰੀ ਬੋਲੀ ਹੈ। ਅਜੇ ਤੱਕ ਸਾਡੇ ਸਿੱਖਾਂ ਦੇ ਵਿੱਚ ਇੱਕੋ ਹੀ ਗੱਲ ਆਮ ਕੀਤੀ ਹੋਈ ਹੈ, ਭਾਜੀ ਜਿਹਨੂੰ ਪੰਜਾਬੀ ਆ ਗਈ ਉਹ ਸਮਝੋ ਗੁਰੂ ਗ੍ਰੰਥ ਸਾਹਿਬ ਪੜ੍ਹ ਸਕਦਾ। ਠੀਕ ਹੈ, ਕੁਛ ਹੱਦ ਤੱਕ ਜਿਹਨੂੰ ਗੁਰਮੁਖੀ ਆ ਗਈ, ਪੰਜਾਬੀ ਪੜ੍ਹਨੀ ਆ ਗਈ, ਉਹ ਪੜ੍ਹ ਸਕਦਾ, ਪਰ ਉਹਨੂੰ ਇਹ ਤਾਂ ਨਹੀਂ ਪਤਾ ਮੈਂ ਕੀ ਪੜ੍ਹ ਰਿਹਾ, ਕਿਉਂਕਿ ਪੰਜਾਬੀ ਦੇ ਆਪਣੇ ਰੂਲ ਨੇ, ਗੁਰਮੁਖੀ ਦੇ, ਗੁਰਬਾਣੀ ਦੇ ਆਪਣੇ ਰੂਲ ਨੇ। ਮਿਸਾਲ ਦੇ ਤੌਰ ਤੇ ਜਿਹੜੇ ਵਿਅੰਜਨ ਨੇ, ਕੌਨਸੋਨੈਂਟਸ ਨੇ, ਉਹ ਜਦੋਂ ਕਿਸੇ ਵੀ ਲਫ਼ਜ਼ ਦੇ ਅਖੀਰ ਵਿੱਚ ਆਵੇ ਤਾਂ ਪੰਜਾਬੀ ਵਿੱਚ ਉਹ ਮੁਕਤਾ ਹੋਏਗਾ, ਭਾਵ ਉਹਨੂੰ ਕੋਈ ਲਗ ਨਹੀਂ ਲੱਗੀ ਹੋਏਗੀ। ਦੋ ਲਗਾਂ ਖਾਸ ਤੌਰ ਤੇ ਨਹੀਂ ਲੱਗੀਆਂ ਹੋਣਗੀਆਂ। ਕਿਹੜੀਆਂ? ਇੱਕ ਸਿਹਾਰੀ ਤੇ ਇੱਕ ਔਂਕੜ। ਬਾਕੀ ਹੋੜਾ, ਦੁਲੈਂਕੜ, ਬਿਹਾਰੀ। ਹੁਣ ਦੇਖੋ ਨਾ, ਜਿੱਦਾਂ ਹੁਣ ਮੰਨ ਲਓ ਬੱਬਾ, ਅਸੀਂ ਕਹਿੰਦੇ ਹਾਂ ਬੱਬਾ, ਅਖੀਰ 'ਚ ਹੈ। ਜੇ ਬੀਬੀ ਲਿਖਿਆ ਆ ਤਾਂ ਉੱਥੇ ਬੀਬੀ ਦੇ ਜਿਹੜਾ ਅਖੀਰ ਦੂਜਾ ਬੱਬਾ ਹੈ ਉਹਨੂੰ ਬਿਹਾਰੀ ਆਏਗੀ। ਜੇ ਅਸੀਂ ਕਹਿੰਦੇ ਹਾਂ ਬੀਬਾ, ਕੰਨਾ ਆਏਗਾ। ਜੇ ਅਸੀਂ ਕਹਿੰਦੇ ਹਾਂ ਬੀਬੋ, ਹੋੜਾ ਆਏਗਾ। ਤੇ ਕਹਿਣ ਦਾ ਮਤਲਬ ਕਦੇ ਵੀ ਬੱਬੇ ਨੂੰ ਸਿਆਰੀ ਨਹੀਂ ਆਏਗੀ, ਨਾ ਬੱਬੇ ਨੂੰ ਔਂਕੜ ਆਏਗਾ ਪੰਜਾਬੀ ਦੇ ਵਿੱਚ, ਪਰ ਗੁਰਬਾਣੀ ਦੇ ਵਿੱਚ ਆਉਂਦਾ। ਉਹਦਾ ਕਾਰਨ ਗੁਰੂ ਮਹਾਰਾਜ ਨੇ ਸਪਸ਼ਟ ਕਰ ਦਿੱਤਾ ਵੀ ਇਹ ਗ੍ਰਾਮਰ ਦੇ ਤੌਰ ਤੇ ਜੋ ਵਿਆਕਰਨ ਹੈ ਉਸ ਦੇ ਸੰਬੰਧ ਵਿੱਚ ਇਹ ਨਾਊਨ ਹੈ, ਭਾਵ ਨਾਮ ਲਫ਼ਜ਼ ਹੈ ਕਿ ਕਿਰਿਆਵਾਚਕ ਸ਼ਬਦ ਹੈ। ਇਹ ਸੰਬੰਧ ਕੀ ਹੈ? ਇੱਕ ਵਚਨ ਹੈ, ਬਹੁਵਚਨ ਹੈ। ਪਰ ਸਾਡਾ ਪ੍ਰਚਾਰਕ ਇਹ ਗੱਲਾਂ ਦੱਸਣ ਨੂੰ ਤਿਆਰ ਨੇ। ਇੱਕ ਸਭ ਤੋਂ ਵੱਡਾ ਕਾਰਨ ਇਹ ਵੀ ਹੈ, ਉਹਨੂੰ ਆਪ ਨਹੀਂ ਪਤਾ। ਉਹ ਇਹੀ ਗੱਲ, ਹੁਣ ਦੇਖੋ ਇਸ ਵੇਲੇ ਜਿਹਨੇ ਮਾਫ ਕਰਨਾ, ਇਸ ਵੇਲੇ ਜਿੰਨੇ ਸਾਡੇ ਗੁਰੂ ਸਥਾਨਾਂ ਤੇ ਪਾਠੀ ਸਿੰਘ ਨੇ, ਹੋ ਸਕਦਾ ਮੇਰੇ ਅੰਕੜੇ ਗਲਤ ਹੋਣ, ਤਕਰੀਬਨ 99% ਭਾਵ 10 ਚੋਂ 9 ਸਾਡੇ ਪਾਠੀ ਸਿੰਘਾਂ ਨੂੰ ਇਹਨਾਂ ਗੱਲਾਂ ਬਾਰੇ ਕੁਝ ਨਹੀਂ ਪਤਾ। ਉਹ ਪਾਠ ਕਰੀ ਜਾਂਦੇ ਆ ਤੇ ਸੁਣਨ ਵਾਲੇ ਨੂੰ ਕੀ ਪਤਾ ਜੀ, ਕਿਉਂਕਿ ਉਹਨਾਂ ਦੇ ਮਨਾਂ 'ਚ ਇਹੀ ਕਰ, ਜਿਹਨੂੰ ਪੰਜਾਬੀ ਆਉਂਦੀ ਆ ਉਹ ਜੀ ਪਾਠ ਕਰ ਸਕਦਾ। ਹੁਣ ਜੇ ਕੋਈ ABC ਸਿੱਖ ਲਵੇ ਅਲਫਾਬੈਟ, ਇਹਦਾ ਮਤਲਬ ਉਹਨੂੰ ਅੰਗਰੇਜ਼ੀ ਆ ਗਈ, ਉਹਨੂੰ ਅੰਗਰੇਜ਼ੀ ਪੜ੍ਹਨੀ ਆ ਗਈ। ਕਿਉਂਕਿ ਜੇ ਉਹ ਨੋ ਇੰਗਲਿਸ਼ ਵਿੱਚ ਪੜੂਗਾ KNOW ਤਾਂ ਉਹ ਤਾਂ ਕਨਾਊ ਕਹੂਗਾ। ਕਿਉਂਕਿ ਸਾਨੂੰ ਇਹ ਜਿਹੜੀਆਂ ਗੱਲਾਂ ਨੇ, ਇਹ ਅੱਗੇ ਜਿਸ ਤਰ੍ਹਾਂ ਜਥਾ ਭਿੰਡਰਾਂ ਵਾਲੇ ਇਹ ਗੱਲਾਂ ਦੱਸਦੇ ਸੀ ਜ਼ੁਬਾਨੀ, ਗਿਆਨੀ ਗੁਰਬਚਨ ਸਿੰਘ ਜੀ ਤੇ ਗਿਆਨੀ ਕਰਤਾਰ ਸਿੰਘ ਜੀ ਖਾਲਸਾ, ਬਾਬਾ ਜਰਨੈਲ ਸਿੰਘ ਜੀ, ਇਹ ਗੱਲਾਂ ਦੱਸਦੇ ਸੀ ਵੀ ਜੇ 2 ਹਾਹੇ ਆਏ ਆ ਉਹਨੂੰ ਕਿੱਦਾਂ ਉਚਾਰਨ ਕਰਨਾ, ਉਹਦਾ ਮਤਲਬ ਕੀ ਆ। ਇਹ ਨਹੀਂ ਵੀ ਉਹਨੂੰ ਹੋ ਪੜ੍ਹਨਾ, ਕਿਉਂਕਿ ਅਸੀਂ ਆਮ ਬੋਲੀ 'ਚ ਪੜ੍ਹਦੇ ਹੀ ਨਹੀਂ, ਇਸ ਤਰ੍ਹਾਂ ਬੋਲਦੇ ਹੀ ਨਹੀਂ, ਉਚਾਰਨ ਨਹੀਂ ਕਰਦੇ। ਹੁਣ ਕਹਿਣ ਦਾ ਮਤਲਬ ਇਹ ਹੈ ਵੀ ਸਾਨੂੰ ਜਿੰਨਾ ਚਿਰ ਅਸੀਂ ਕੋਈ ਵੀ, ਹੁਣ ਦੇਖੋ ਨਾ ਇੰਗਲਿਸ਼ ਹੈ, ਇੰਗਲਿਸ਼ ਜੇ ਅਸੀਂ ਅੰਗਰੇਜ਼ੀ ਜੇ ਜ਼ਬਾਨ ਜਿਹੜੀ ਹੈ ਉਹਨੂੰ ਸਿੱਖਣਾ ਚਾਹੁੰਦੇ ਹਾਂ ਤਾਂ ਉਹਦੇ ਰੂਲਸ ਸਾਨੂੰ ਬੇਸਿਕ ਤਾਂ ਹੈ, ਜਿਹੜੇ ABC ਜਿਹੜੀ ਅਲਫਾਬੈਟ ਹੈ ਉਹ ਆਉਣੀ ਚਾਹੀਦੀ ਹੈ, ਪਰ ਉਹ ਤੋਂ ਬਾਅਦ ਰੂਲਸ ਜਿਹੜੇ ਨੇ ਉਹ ਵੀ ਸਾਨੂੰ ਸਿੱਖਣੇ ਪੈਂਦੇ ਨੇ। ਪਰ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਅੱਜ ਕੱਲ੍ਹ ਅਸੀਂ ਉਹਨਾਂ ਨੂੰ ਪੁੱਛਦੇ ਹਾਂ
ਵੀ ਜਿਨ੍ਹਾਂ ਨੂੰ ਹੁਣ ਦੇਖੋ ਨਾ ਪਤਾ ਹੀ ਕੁਛ ਨਹੀਂ ਇਹਨਾਂ ਗੱਲਾਂ ਬਾਰੇ, ਤੇ ਉਹ ਜਦੋਂ ਮੰਗਲਾਚਰਨ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜਾ ਪਹਿਲਾ ਹਿੱਸਾ ਹੈ, ਪਹਿਲੇ ਪੰਨੇ ਤੇ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ, ਉਹ ਤੋਂ ਬਾਅਦ 2 ਡੰਡੀਆਂ ਲੱਗੀਆਂ। ਪੰਜਾਬੀ 'ਚ ਅਸੀਂ 2 ਡੰਡੀਆਂ ਨਹੀਂ ਇਸਤੇਮਾਲ ਕਰਦੇ। ਧਾਰਮਿਕ ਭਾਸ਼ਾਵਾਂ ਦੇ ਵਿੱਚ ਉਸ ਵੇਲੇ 2 ਡੰਡੀਆਂ ਇਸਤੇਮਾਲ ਕੀਤੀਆਂ ਜਾਂਦੀਆਂ ਸੀ, ਤੇ ਰਹਾਉ ਵੀ ਬੁੱਲੇ ਸ਼ਾਹ, ਸ਼ਾਹ ਹੁਸੈਨ ਹੋਰ ਇਹਨਾਂ ਨੇ ਵੀ ਰਹਾਉ ਦੀਆਂ ਪੰਕਤੀਆਂ ਇਸਤੇਮਾਲ ਕੀਤੀਆਂ ਨੇ। ਹੁਣ ਸਵਾਲ ਇਹ ਪੈਦਾ ਹੁੰਦਾ, ਭਾਸ਼ਾ ਵਿਗਿਆਨੀ ਤੁਹਾਨੂੰ ਦੱਸੇਗਾ ਵੀ ਇਹਦਾ ਮਤਲਬ ਕੀ ਹੈ, ਪਰ ਅਸੀਂ ਕੀ ਕਰਦੇ ਹਾਂ ਜੀ, ਅਸੀਂ ਬਸ ਉਹ ਪੰਜਾਬੀ 'ਚ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਅੰਨੇ ਨੂੰ ਬੋਲਾ ਘੜੀਸ ਜਾਂਦਾ, ਤੇ ਇਤਿਹਾਸ ਹੈ, ਉਹਦੇ ਡਾਕੂਮੈਂਟਡ ਹੈ, ਤੇ ਦਲੀਲ ਦੇਣੇ ਵਾਲੇ ਹੁਣ ਦੇਖੋ ਨਾ, ਮੈਂ ਵੀ ਹੋਰ ਗੁਰਮੁਖ ਪਿਆਰੇ ਜਿਨ੍ਹਾਂ ਨੂੰ ਕੁਝ ਪਤਾ, ਉਹ ਜਦ ਵੀ ਦੱਸਦੇ ਨੇ ਉਹ ਕਹਿੰਦੇ ਜੀ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੰਗਲਾਚਰਨ ਹੈ, ਕੋਈ ਮੂਲ ਮੰਤਰ ਕਹਿੰਦਾ ਹੈ। ਤੇ ਪਰ ਹੁਣ ਜੇ ਕਿਸੇ ਨੇ, ਕਿਸੇ ਮਿਸਤਰੀ ਨੇ, ਕਿਸੇ ਆਰਟਿਸਟ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਦਰਸ਼ਨੀ ਡਿਓਢੀ ਤੇ ਲਿਖ ਦਿੱਤਾ, ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਤਾਂ ਇਹਦਾ ਮਤਲਬ ਉਹ ਹਵਾਲਾ ਦਾ ਬਣ ਗਿਆ। ਦੇਖੋ ਜੀ, ਤੁਸੀਂ ਕਿਤੇ ਕਹਿੰਦੇ ਆ ਗੁਰਪ੍ਰਸਾਦ ਤੱਕ ਮੰਗਲਾਚਰਨ, ਉੱਥੇ ਦਰਬਾਰ ਸਾਹਿਬ ਦੀ ਦਰਸ਼ਨ ਡਿਓਢੀ ਤੇ ਲਿਖਿਆ ਹੈ। ਹੁਣ ਜੇ ਉਹੀ ਗੱਲ ਹੈ ਵੀ ਅਸੀਂ ਇੱਕ ਹੋਰ ਗੱਲਾਂ ਦੇਖ ਲਓ, ਬਈ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਕਿਤੇ ਭਾਈ ਬਾਲਾ ਨਾਲ ਨਹੀਂ ਬੈਠਾ, ਪਰ ਪਿੰਡਾਂ ਵਿੱਚ ਤੁਸੀਂ ਕਈ ਘਰਾਂ ਦੇ ਬਾਹਰ ਆਮ ਜਿਹੜੀਆਂ ਫੋਟੋਆਂ ਹੈਗੀਆਂ, ਇੱਕ ਪਾਸੇ ਭਾਈ ਬਾਲਾ ਬੈਠਾ ਚੋਰ ਕਰਦਾ। ਕੋਈ ਮਤਲਬ ਪਹਿਲੇ ਗੁਰੂ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਕਿਤੇ ਨਹੀਂ ਕੋਈ ਹਵਾਲਾ ਮਿਲਦਾ ਵੀ ਗੁਰੂ ਸਾਹਿਬ ਦੇ ਚੋਰ ਕਰਨ ਲਈ ਕੋਈ ਚੋਰ ਬਰਦਾਰ ਰੱਖਿਆ ਜਾਂਦਾ ਸੀ। ਕੁਛ ਨਹੀਂ ਸਾਨੂੰ ਹਵਾਲਾ ਮਿਲਦਾ, ਕਿਉਂਕਿ ਗੁਰੂ ਸਾਹਿਬ ਜੀ ਤਾਂ ਜਿੱਥੇ ਜਾਣਾ ਉੱਥੇ ਆਮ ਲੋਕਾਂ 'ਚ ਬੈਠ ਕੇ ਵਿਚਾਰਾਂ ਕਰਦੇ ਸਨ, ਕਿਉਂਕਿ ਉਹਨਾਂ ਜਿਹੜੀ ਜੋ ਸਿੱਖੀ ਹੈ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸਭ ਤੋਂ ਵੱਡੀ ਬਖਸ਼ਿਸ਼ ਹੀ ਇਹ ਹੈ ਕਿ ਉਹਨਾਂ ਨੇ ਕਿਹਾ ਵੀ ਭਾਈ ਇਹ ਜਿਹੜੀ ਸਿੱਖੀ ਹੈ ਨਾ, ਇਹ ਜ਼ਮੀਨ ਤੋਂ ਸ਼ੁਰੂ ਹੁੰਦੀ ਹੈ, ਪਰ ਸਾਡਾ ਪ੍ਰਚਾਰਕ, ਸਾਡੇ ਮਹਾਂਪੁਰਸ਼ ਗੱਲੇ ਸੱਚਖੰਡ ਦੀਆਂ ਦੇ ਉੱਪਰੋਂ ਥੱਲੇ ਨੂੰ ਆ ਰਹੇ ਨੇ। ਹੁਣ ਨਾ ਤਾਂ ਉਹਨਾਂ ਦੇ ਸੱਚਖੰਡ ਦੀ ਵੀ ਜਿਹੜੀ ਡੈਫੀਨੇਸ਼ਨ ਹੈ ਉਹ ਵੱਖਰੀ ਆ, ਤੇ ਗੁਰੂ ਪਿਆਰਿਓ ਹੁਣ ਇਹ ਦੱਸੋ ਵੀ ਜੇ ਮੈਂ ਹੁਣ ਗੱਲਾਂ ਕਰਨ ਲੱਗ ਪਵਾਂ ਸੱਚਖੰਡ ਦੀਆਂ ਹੁਣ ਸਾਰਿਆਂ ਨੇ ਕੰਨ ਖੜੇ ਹੋਏ ਨੇ, ਹੈ ਇਹ ਜਸਵੀਰ ਸਿੰਘ ਹੈ, ਤੇ ਇੰਨਾ ਪਹੁੰਚਿਆ ਹੋਇਆ, ਭਾਵੇਂ ਮੈਂ ਗੱਪਾਂ ਮਾਰੀ ਜਾਵਾਂ, ਕਿਉਂਕਿ ਕਿਸੇ ਨੇ ਸਬੂਤ ਤਾਂ ਮੰਗਣਾ ਨਹੀਂ, ਕਿਉਂਕਿ ਜਿਹੜੇ ਇਹ ਸਬੂਤ ਤੋਂ ਬਿਨਾਂ, ਜਿਹੜੇ ਅਸੀਂ ਦੁਨਿਆਵੀ ਚੋਰ ਦੇਖੋ ਨਾ, ਜੇ ਅਸੀਂ ਕੋਈ ਵੀ ਗੱਲ ਕਰਦੇ ਹਾਂ, ਕੋਈ ਗੱਲ ਅਸੀਂ ਕਹਿੰਦੇ ਹਾਂ, ਤੇ ਅਸੀਂ ਕਹਿੰਦੇ ਦੇਖੋ ਜੀ ਆਹ ਜਿਹੜੀ ਗੱਲ ਕਹੀ ਅਸੀਂ, ਇਹ ਗੁਰੂ ਸਾਹਿਬ ਜੀ ਦੇ ਬਚਨਾਂ ਦੇ ਮੁਤਾਬਕ ਕਹੀ ਆ। ਹੋ ਸਕਦਾ ਮੈਂ ਉਹਨੂੰ ਗਲਤ ਸਮਝਿਆ ਹੋਵੇ, ਇਹ ਗੱਲ ਵੱਖਰੀ ਆ, ਪਰ ਜਿਹੜੇ ਮੈਂ ਗੱਲ ਕਹਿ ਰਿਹਾ ਜਾਂ ਕਰ ਰਿਹਾ, ਇਹ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਉਹਦੇ ਅਰਥ ਕੁਝ ਹੋ ਸਕਦੇ ਨੇ, ਕਿਉਂਕਿ ਅਸਲੀ ਅਰਥ ਤਾਂ ਗੁਰੂ ਸਾਹਿਬ ਹੀ ਜਾਣਦੇ ਨੇ, ਪਰ ਜੋ ਭਾਸ਼ਾ ਹੈ, ਜੋ ਸਿਸਟਮ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਰਚਨਾ ਦਾ, ਉਹ ਤੋਂ ਤਾਂ ਅਸੀਂ ਉਹਦੇ ਨੇੜੇ ਤਾਂ ਪਹੁੰਚ ਸਕਦੇ ਹਾਂ ਨਾ। ਹੁਣ ਦੇਖੋ ਨਾ, ਜੇ ਸਿੰਪਲ ਚੀਜ਼ ਹੈ, ਜੇ ਮੈਂ ਗੈਸ ਇੰਜੀਨੀਅਰ ਨਹੀਂ ਆ, ਇਹਦਾ ਮਤਲਬ ਇਹ ਤਾਂ ਨਹੀਂ ਵੀ ਜੇ
घर दे विच गैस मेरे लीक हो रही है तो मैनू पता ही नहीं लगता भी गैस लीक हो रही है, मैनू समैल ही नहीं आ रही, मैनू उहदी जिहड़ा नक नूं मेरे नूं समझ नहीं लग रही भी घर च गैस लीक हो रही है। ਉਹਦੇ ਲਈ ਕੋਈ ਮੈਨੂੰ ਬਹੁਤੀ ਟ੍ਰੇਨਿੰਗ नहीं ਲੈਣ ਦੀ ਲੋੜ। मैं नसां फिर ਜਿਹੜੇ फुरकदियां मैं साफ उत्थे कहांगा मैनू लगदा जी घर च गैस लीक किते हो रही आ। जे किसी थां ते गंदगी पई है, वो गंदगी दी बदबू आ रही है, तो मैनू कोई ट्रेनिंग जां किसी स्कूल च जाके पढ़न दी लोड़ तां है नहीं भी गंदगी दी जी बदबू किदां दी हुंदी है। जे फुलवाड़ी विच दी मैं लंघदा तो खुशबू आउंदी आ, तो वो मैनू एक कुदरत का असूल है, कुदरत ने सानू दसिया। कहने का मतलब यह है, हुण देखो ना, ये तो चलो इंसान की गल हो गई। हुण हिरन नूं जिहड़ी उहदी धुनी विचों खुशबू निकल रही है, वो लभदा फिरदा। हुण मिसाल दित्ती गुरु साहब ने भी जिद्दां हिरन दे जिहड़ी खुशबू है वो तो अंदरों आ रही है पर लभदा बाहर है। इसी तरह जो इंसान है, इंसान की भी यही हालत है। रब अंदर है, वसी रब हियाली है, जंगल क्या ढूंढे, पर सिख नहीं मनन नूं तैयार। कहते नहीं जी लो दसो जी, जुड़े जी अपने उत्थे जाके बैठे आ, और यात्रा लैके जाते आ फलाना तैमड़ा, वो सारा दलीलां दो। ये दलीलां नहीं चलदियां, ये सानू मूर्ख बनाउण लई है। ये एक जिन्हों असीं कहंदे आ ये वपार दा, बिजनेस का एक साधन है। देखो ना, असीं कोई जे हुण गुरु की गल कर रहे हैं तो गुरु की गल असीं ये तो नहीं कर रहे भी इस असीं पैसे कमाने आ, नहीं। साडा फर्ज की है कि गुरु दी, हुण देखो जे अज मेरे ध्यान च गल आई उस गुरुद्वारा थड़ा साहब दी, तो वो गुरुद्वारा थड़ा जो है उससे बारे जो विचार है वो मैं साझे कीते। कारण कि घट्टो घट मेरे श्रोतियां नूं भी पता लगना चाहिए कि उस नगर दे विच गुरु नानक साहब जी महाराज जी का एक स्थान है। जे बाई चांस किसी तरह असीं उत्थे पहुंचे, किते जांदे चले गए रब सबबी, तो सानू पता तो होना चाहिए ना। पर प्रॉब्लम की है, अज साडी हालत ये हो गई है, सानू अपने गुरु साहब जी के इतिहास तो बिना बाकी सब कुछ पता, गुरु साहब बारे सानू कुछ नहीं पता, गुरुद्वारे च की हुंदा सानू कुछ नहीं पता। जो मर्जी जिन्ना मर्जी सानू आके उत्थे चार अखर बख ढोलकियां छाने खड़का के सानू राह पैंदा, ते असीं बस गुरु नानक साहब जी शरदा सानू इन्नी आ, अन्ने वाह बस स्टेजां दे उपर पैसे ते पैसे, पैसे ते पैसे। किसी ने अज तो नहीं पूछया भी ए जी पैसे लगते कित्थे आ। ਇਹਦੇ भी दो कारण, एक तो डराया हुआ कमेटियां ने, वो कहते हिसाब किताब लैना जी, आ जाओ दफ्तर च। हुण जिस लहजे ने पुछदे आ भी तुसीं हिसाब किताब लैना, आ जाओ दफ्तर च, तुहानूं हिसाब दिंदे आ। लो जी किहड़ा जाऊ अपना, किहड़ी अपनी जान जोखो च पाऊगा। भी तुसीं देखो ना, दलील आ जिहड़ी माया किसी ने चढ़ाई, वो तो संगत के सामने उन्हें 100 पाउंड का अपने 100 पाउंड का जिहड़ा रुपये का नोट जां 50 पाउंड का नोट संगत के सामने उन्हें गोलक च पाया जां खजानची नूं दिता, ते हिसाब किताब लैन कमेटी रूम च जाओ। क्यों है कोई साडा सिस्टम को पुछदा? क्योंकि इसी करके असीं किते नहीं, किसी सिरे नहीं लग रही साडी कोई भी गल, भी ना साडा धार्मिक पासा ते ना साडा राजनीतिक पासा, ना आर्थिक पासा ते ना समाजिक पासा। गल्लां ही करन जोगे असीं आ। हुण देखो ना, असीं इन्ना कुछ करदे हैं, इन्ने माया, इन्ने लंगर, इन्ने असीं सेवा करदे हैं, पर उहदा आउटपुट की है, उहदा फल की है, उहदी प्राप्ति की है? कुछ नहीं। कोई साडी बांह फड़न नूं तैयार नहीं। असीं जिहदी मर्जी बांह फड़ी जाइए, ਵੱਧ ਤੋਂ ਵੱਧ अफसोस कर दोगे। साढ़े सामने आ 1984 होर तक गल 1469 तो लैके हुण तक साडा तो इतिहास ही विगाड़न की कोशिश की गई है। अब मिसाल के तौर पर बाबा बंदा सिंह बहादुर
ਸਾਡੀ ਕੌਮ ਦਾ ਹੀਰਾ, ਤੇ ਉਹਨੂੰ ਬੰਦਾ ਵਿਰਾਗੀ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਤੇ ਇਹ 'ਚ ਸਾਡੇ ਵੀ ਨਾਲੇ ਸ਼ਾਮਲ ਆ, ਕਿਉਂਕਿ ਮਾਇਆ ਦਾ ਪ੍ਰਭਾਵ ਇੰਨਾ ਹੋ ਗਿਆ, ਕਿਉਂਕਿ ਗੁਰਬਾਣੀ ਦੇ ਬਚਨ ਅਸੀਂ ਭੁੱਲ ਗਏ। ਅਸੀਂ ਕਹਿੰਦੇ ਨੇ ਬਈ ਰਾਮ ਨਾਮ ਭਾਵ ਜਿਹੜਾ ਸਰਬ ਵਿਆਪਕ ਕਾਲ ਪੁਰਖ ਵਾਹਿਗੁਰੂ ਹੈ, ਉਹੀ ਉਹਦੀ ਹੋਂਦ ਹੀ ਰਹਿਣੀ ਹੈ। ਮੈਂ ਨਹੀਂ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪੰਨੇ ਤੇ ਲਿਖਿਆ ਆ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਅਟਲ ਸੱਚਾਈ ਹੈ। ਇਹ ਗੱਲਾਂ ਸਾਨੂੰ ਹਰ ਵਿਅਕਤੀ ਜੋ ਵੀ ਗੁਰੂ ਨਾਨਕ ਨਾਮ ਲੇਵਾ ਹੈ, ਉਹਦਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਮਹਾਰਾਜ ਜੀ ਦੀ ਜਿਹੜੀ ਇਹ ਜੋਤ ਹੈ, ਗੁਰਬਾਣੀ ਰਾਹੀਂ ਸਾਨੂੰ ਸਾਰੇ ਸੰਸਾਰਕ ਵਿਅਕਤੀਆਂ ਨੂੰ ਬਖਸ਼ਿਸ਼ ਕੀਤੀ ਗਈ ਹੈ, ਉਸ ਨੂੰ ਜਗਦੀ ਜੋਤ ਅਸੀਂ ਕਹਿੰਦੇ ਹਾਂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਦੀ ਜੋਤ। ਤੇ ਫਿਰ ਜੇ ਜੋਤ ਜਾਗਦੀ ਆ, ਜੇ ਜਗਦੀ ਵੀ ਆ, ਤੇ ਜਗਦੀ ਕਿੱਥੇ ਹੈ? ਜਾਗਦੀ ਜੋਤ ਜਗਦੀ ਕਿੱਥੇ ਆ? ਸਿੱਖ ਨੂੰ ਤਾਂ ਪਤਾ ਹੀ ਕੁਛ ਨਹੀਂ ਵੀ ਕੀ ਹੋ ਰਿਹਾ ਕੀ ਨਹੀਂ। ਉਹ ਤਾਂ ਅਸੀਂ ਕਹਿੰਦੇ ਹਾਂ ਜੀ ਆਪਣੇ ਆਪ ਨੂੰ ਅਸੀਂ ਸ਼ੇਰ ਹਾਂ, ਪਰ ਗੱਲ ਭੇਡਾਂ ਨਾਲੋਂ ਵੀ ਰਹਿ ਗਈ ਹੈ। ਚਾਲ ਸਾਡੀ ਭੇਡਾਂ ਵਾਲੀ ਆ, ਹੈਗੇ ਅਸੀਂ ਸ਼ੇਰ ਹਾਂ। ਵਾਹਿਗੁਰੂ, ਕਿਤੇ ਸ਼ੇਰ ਨੂੰ ਪਤਾ ਲੱਗ ਜਾਵੇ ਉਹ ਤਾਂ ਸ਼ਰਮ ਨਾਲੇ ਮਰ ਜਾਵੇ ਵਿਚਾਰਾ, ਵੀ ਚੰਗੇ ਮੇਰੇ ਸਿੱਖ ਹੈ ਕਿ ਮੇਰਾ ਨਾਮ ਬਦਨਾਮ ਕਰਨ ਲੱਗੇ। ਦੇਖੋ ਨਾ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਾਰੇ ਭਾਈ ਗੁਰਦਾਸ ਜੀ ਨੇ ਲਫ਼ਜ਼ ਵਰਤੇ ਨੇ, ਸਿੰਘ ਬੁੱਕੇ ਮਿਰਗਾਵਲੀ, ਜਿਹੜੀ ਕੀ ਜਦੋਂ ਮਿਰਗਾਂ ਦੀ ਡਾਰ ਹੈ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ। ਉਹ ਮਿਰਗਾਂ ਦੀ ਹੇੜ, ਜਿਹੜੀ ਹਿਰਨਾਂ ਦੀ ਹੇੜ ਦੀ ਹੇੜ, ਉਹਨਾਂ ਨੂੰ ਹੌਸਲਾ ਨਹੀਂ ਮਿਲਦਾ ਵੀ ਪਿੱਛੇ ਮੁੜ ਕੇ ਦੇਖੀਏ ਵੀ ਕਿੱਥੇ ਇੱਕ ਸ਼ੇਰ ਹੈਗਾ। ਭਾਈ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਾਰੇ ਗੱਲ ਕਹੀ, ਤੇ ਅਸੀਂ ਇਹ ਗੱਲਾਂ ਇਸ ਕਰਕੇ ਇੱਥੇ ਵਿਚਾਰ ਕਰਦੇ ਹਾਂ ਕਿਉਂਕਿ ਗੁਰੂ ਮਹਾਰਾਜ ਨੇ ਸਾਨੂੰ ਮੌਕਾ ਬਖਸ਼ਿਆ, ਸਾਧਨ ਬਖਸ਼ਿਆ। ਪਰ ਦੂਸਰੇ ਪਾਸੇ ਤੇ ਸਾਡੇ ਜਿਹੜੇ ਅਸਥਾਨ ਨੇ ਜਿੱਥੇ ਅਸੀਂ ਖੁੱਲ੍ਹ ਕੇ ਮਾਇਆ ਦਿੰਦੇ ਹਾਂ, ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ। ਜੇ ਕੋਈ ਪੁੱਛਣ ਵਾਲਾ ਹੁੰਦਾ ਤੇ ਅੱਜ ਸਾਡੀ ਹਾਲਤ ਇਹ ਨਾ ਹੁੰਦੀ। ਅਸੀਂ ਵੱਧ ਤੋਂ ਬਦਤਰ ਹੁੰਦੇ ਗਏ। ਜਿੰਨਾ ਚਿਰ ਗੁਰੂ ਕੇ ਸਿੱਖਾਂ ਨੇ ਗੁਰੂ ਦਾ ਲੜ ਫੜਿਆ, ਸਾਡੀ ਚੜ੍ਹਦੀ ਕਲਾ ਹੁੰਦੀ ਗਈ। ਤੇ ਹੁਣ ਗੱਲਾਂ ਬਾਤਾਂ ਜੇ ਸਰ ਚੜ੍ਹਦੀ ਕਲਾ, ਗੁਰਦੁਆਰਾ ਜੇ ਸਾਡੀ ਚੜ੍ਹਦੀ ਕਲਾ, ਬਾਹਰ ਬਸ ਰੱਬੇ ਰੱਖਾ ਰਹੇ। ਵਿਚਾਰ ਕਹਿਣ ਦਾ ਮਤਲਬ ਇਹ ਆ, ਹਰ ਚੀਜ਼ ਜੋ ਹੈ ਉਹ ਸਿਧਾਂਤਿਕ ਤੌਰ ਤੇ ਦੇਖੋ ਨਾ। ਕਿਸੇ ਨੇ ਅੱਜ ਤਾਈਂ ਕ੍ਰਿਸਚੀਅਨਿਟੀ ਦੇ ਵਿੱਚ ਕਿਸੇ ਨੇ ਨਹੀਂ ਕਿਹਾ ਉਹ ਜੀ ਫਲਾਨੇ ਚਰਚ ਦੇ ਵਿੱਚ ਇਹ ਜਿਹੜੀ ਹੈਗੀ ਆ ਲਾਈਨ ਇਹ ਏਦਾਂ ਲਿਖੀ ਆ ਤੇ ਤੁਸੀਂ ਕਿਦਾਂ ਕਹਿੰਦੇ ਆ। ਕੋਈ ਉਹਨਾਂ ਦੀ ਝਗੜਾ ਨਹੀਂ। ਸਾਡੇ ਬਸ ਉਹੀ ਮੈਂ ਲਫ਼ਜ਼ਾਂ ਨਾਲ ਇਸ ਵਿਚਾਰ ਨੂੰ ਸਮਾਪਤੀ ਕਰਦਾ ਵੀ ਇਸ ਭੂਗੋਲ ਤੇ ਕੁਝ ਨਾ ਫੂਲ। ਇਹ ਦਿਮਾਗ ਦੇ ਸਾਡੇ ਜਿਹੜੇ ਦਰਵਾਜ਼ੇ ਆ, ਇਹ ਸਾਨੂੰ ਖੋਲ੍ਹਣੇ ਪੈਣੇ ਆ। ਕਿਉਂਕਿ ਜੇ ਡਰਾਈਵਰ ਅਟੈਂਟਿਵ ਹੋਵੇ, ਭਾਵ ਸੁਚੇਤ ਹੋਵੇ, ਤਾਂ ਗੱਡੀ ਦਾ ਐਕਸੀਡੈਂਟ ਨਹੀਂ ਹੁੰਦਾ। ਜਹਾਜ਼ ਦਾ ਪਾਇਲਟ ਸੁਚੇਤ ਹੋਵੇ ਤੇ ਐਕਸੀਡੈਂਟ ਨਹੀਂ ਹੁੰਦਾ। ਤੇ ਸਮੁੰਦਰ 'ਚ ਜਹਾਜ਼ ਜਾ ਰਿਹਾ, ਬੇੜੀ ਜਾ ਰਹੀ ਹੈ, ਤੇ ਮਲਾਹ ਜੇ ਸੁਚੇਤ ਹੋਵੇ ਤਾਂ ਬੇੜੀ ਡੁੱਬਦੀ ਨਹੀਂ। ਗੁਰੂ ਮਹਾਰਾਜ ਸਾਨੂੰ ਬਖਸ਼ਿਸ਼ ਕਰੇ ਤੇ ਸਾਨੂੰ ਸਮਤ ਬਖਸ਼ੇ, ਤੇ ਮੇਰੇ ਪਾਤਸ਼ਾਹ ਸਾਨੂੰ ਇਹਨਾਂ ਬਚਨਾਂ ਨੂੰ ਫਿਰ ਸਾਨੂੰ ਯਾਦ ਕਰਾਉਣ ਜਿਹੜੇ ਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੇ ਨੇ। ਉਹ ਕੀ, ਆਓ ਆਪਾਂ ਇੱਕ ਵਾਰੀ ਫਿਰ ਦ੍ਰਿੜ ਕਰੀਏ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਮੇਰਾ ਸਤਿਗੁਰੂ।
जिथे जाए बहै मेरा सतगुरु, मेरा सतगुरु, मेरा सतगुरु, मेरा सतगुरु। मेरे पातशाह रहमत करन ते सानू गुरु महाराज सुमत बख्शिश करन ते चढ़दी कला मेरे पातशाह इसी तरह करते रहन। ते हुण एक खुशखबरी सुनो। बीबी तजिंदर कौर जी राय ਵੱਲੋਂ ਨੋਟਰੀ ਪਬਲਿਕ ਜੋ ਸੇਵਾਵਾਂ ਨੇ ਉਹ ਯੂਕੇ ਦੇ ਸ਼ਹਿਰ ਸਲੋ ਦੇ ਵਿੱਚ ਸ਼ੁਰੂ ਕੀਤੀਆਂ ਗਈਆਂ ਨੇ। ਇਹਨਾਂ ਸੇਵਾਵਾਂ ਦੇ ਵਿੱਚ ਪਾਵਰਸ ਆਫ ਅਟਰਨੀ, ID ਵੈਰੀਫਿਕੇਸ਼ਨਸ, ਅਟੈਸਟੇਸ਼ਨਸ, ਕੌਂਸੂਲਰ ਲੀਗਲਾਈਜੇਸ਼ਨ, ਅਪੋਸਟਲ ਤੇ ਤੁਸੀਂ ਇਸ ਤੋਂ ਬਿਨਾਂ ਹੋਰ ਵੀ ਕੋਈ ਡਾਕੂਮੈਂਟ ਜੋ ਹੈ ਉਸ ਨੂੰ ਸਰਟੀਫਾਈ ਕਰਵਾ ਸਕਦੇ ਹੋ। ਤੇ ਜੋ ਸਿੰਘ ਨਾਦ ਰੇਡੀਓ ਦੇ ਮੈਂਬਰ ਨੇ ਤੇ ਉਹਨਾਂ ਨੂੰ 10% ਡਿਸਕਾਊਂਟ ਦਿੱਤਾ ਜਾਏਗਾ। ਤੇ ਉਹਨਾਂ ਦੇ ਨਾਲ ਕੰਟੈਕਟ ਕਰਨ ਲਈ ਟੈਲੀਫੋਨ ਨੰਬਰ ਹੈ 07466727581 07466727581 ਤੇ ਉਹਨਾਂ ਦੇ ਈਮੇਲ ਹੈ tkr@rainotary.co.uk ਤੇ ਵੈਬਸਾਈਟ ਹੈ www.rainotary.co.uk। ਉਹਨਾਂ ਦਾ ਜੋ ਇਹ ਮਕਸਦ ਹੈ ਉਹ ਇਹੀ ਹੈ ਕਿ ਸਾਡੀ ਕਮਿਊਨਿਟੀ ਤੇ ਸਾਰੀਆਂ ਕਮਿਊਨਿਟੀਆਂ ਦੀਆਂ ਸੇਵਾਵਾਂ ਦੇ ਵਿੱਚ ਆਪਣੇ ਆਪ ਨੂੰ ਸਮਰਪਣ ਕਰਨਾ ਤੇ ਤੁਸੀਂ ਵੱਧ ਤੋਂ ਵੱਧ ਇਹਨਾਂ ਸੇਵਾਵਾਂ ਦਾ ਲਾਭ ਉਠਾ ਸਕਦੇ ਹੋ। ਬਹੁਤ ਧੰਨਵਾਦੀ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਸੀ ਜੀ ਸੂਚਨਾ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਮੇਰੇ ਪਾਤਸ਼ਾਹ ਰਹਿਮਤ ਕਰਨ। ਤੇ ਇਹ ਆਵਾਜ਼ ਤੁਹਾਡੀ ਆਪਣੀ ਆਵਾਜ਼ ਹੈ ਤੇ ਜਿੰਨੇ ਕੁ ਮਿੰਟ ਰਹਿੰਦੇ ਨੇ 1-2 ਮਿੰਟ ਉਹਦੇ ਵਿੱਚ ਤੁਹਾਡੇ ਮੈਂ ਜਿਹੜੇ ਸੁਨੇਹੇ ਆਏ ਨੇ ਉਹ ਵੀ ਸਾਂਝੇ ਕਰਨੇ ਨੇ। ਤੇ ਇੱਕ ਵਾਰੀ ਫਿਰ ਸਾਡੇ ਸਤਿਕਾਰਯੋਗ ਵੀਰ ਸਰਦਾਰ ਚਮਕੌਰ ਸਿੰਘ ਜੀ ਤੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਵੀਕਐਂਡ ਦੇ ਸਮੇਂ ਦੇ ਵਿੱਚ ਆਪਣਾ ਯੋਗਦਾਨ ਪਾਇਆ। ਤੇ ਗੁਰੂ ਮਹਾਰਾਜ ਇਸੇ ਤਰ੍ਹਾਂ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੇ ਜੋ ਸੇਵਾਵਾਂ ਸਾਡੀ ਸਤਿਕਾਰਯੋਗ ਭੈਣ ਨੇ ਆਪਣੀ ਜ਼ਿੰਦਗੀ ਦੇ ਦੌਰਾਨ ਪਰਿਵਾਰ ਨੂੰ ਦਿੱਤੀਆਂ ਉਹ ਇਸੇ ਤਰ੍ਹਾਂ ਫਲੀਭੂਤ ਹੁੰਦੀਆਂ ਰਹਿਣ। ਮੇਰੇ ਪਾਤਸ਼ਾਹ ਰਹਿਮਤ ਕਰਨ। ਬਹੁਤ ਬਹੁਤ ਧੰਨਵਾਦ। ਹਾਂਜੀ, ਤੇ ਕੁਲਵੰਤ ਸਿੰਘ ਜੀ ਖੰਗੂੜਾ ਬਹੁਤ ਬਹੁਤ ਧੰਨਵਾਦ ਜੀ। ਫਤਿਹ ਸਾਂਝੀ ਕਰ ਰਹੇ ਹੋ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਤੇ ਇਸੇ ਤਰ੍ਹਾਂ ਜੀ ਇੰਡੀਆ ਤੋਂ ਸਰਦਾਰ ਅਜਮੇਰ ਸਿੰਘ ਜੀ ਬਹੁਤ ਬਹੁਤ ਧੰਨਵਾਦ। ਸਲੋ ਤੋਂ ਬੀਬੀ ਸੋਨੀਆ ਜੀ ਥੈਂਕ ਯੂ। ਤੇ ਥਾਈਲੈਂਡ ਤੋਂ ਸਰਦਾਰ ਅਮਰਜੀਤ ਸਿੰਘ ਜੀ ਖੰਬੇ ਬਹੁਤ ਬਹੁਤ ਧੰਨਵਾਦ। ਲੁਧਿਆਣੇ ਤੋਂ ਬੀਬੀ ਕੁਸਮ ਜੀ ਬਹੁਤ ਬਹੁਤ ਧੰਨਵਾਦ। ਤੇ ਇੰਡੀਆ ਤੋਂ ਸਾਡੇ ਵੀਰ ਜੀ ਗੁਰਚਰਨ ਦਾਸ ਜੀ ਬਹੁਤ ਬਹੁਤ ਧੰਨਵਾਦ। ਤੇ ਸੈਨ ਹੋਜ਼ੇ ਕੈਲੀਫੋਰਨੀਆ ਅਮਰੀਕਾ ਤੋਂ ਸਰਦਾਰ ਮਹਿੰਗਾ ਸਿੰਘ ਜੀ ਵਧਾਈਆਂ ਦਿੰਦੇ ਨੇ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸਰਦਾਰ ਸਵਰਨਦੀਪ ਸਿੰਘ ਜੀ ਤੁਹਾਡਾ ਵੀ ਧੰਨਵਾਦ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਚੰਡੀਗੜ੍ਹ ਤੋਂ ਸਰਦਾਰ ਨਿਰਮਲ ਸਿੰਘ ਜੀ ਥੈਂਕ ਯੂ ਵੈਰੀ ਮੱਚ। ਮੇਰੇ ਪਾਤਸ਼ਾਹ ਰਹਿਮਤ ਕਰਨ। ਤੇ ਇੰਡੀਆ ਤੋਂ ਸਰਦਾਰ ਅਜਮੇਰ ਸਿੰਘ ਜੀ ਤੁਹਾਡਾ ਧੰਨਵਾਦ। ਗਿਆਨੀ ਅਵਤਾਰ ਸਿੰਘ ਜੀ ਸੀਸਾਂ ਦੇ ਰਹੇ ਨੇ ਥੈਂਕ ਯੂ ਜੀ। ਤੇ ਬਰਮਿੰਘਮ ਤੋਂ ਬੀਬੀ ਸੁਖਵਿੰਦਰ ਕੌਰ ਜੀ ਬਹੁਤ ਬਹੁਤ ਧੰਨਵਾਦ। ਬੀਬੀ ਸੁਖਵਿੰਦਰ ਕੌਰ ਜੀ ਅਟਕੜ। ਗੁਰੂ ਮਹਾਰਾਜ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਤੇ ਰੁਪਿੰਦਰ ਸਿੰਘ ਜੀ ਥਿੰਦ ਥੈਂਕ ਯੂ ਵੈਰੀ ਮੱਚ ਜੀ। ਬੀਬੀ ਕੁਲਵਿੰਦਰ ਕੌਰ ਜੀ ਇਟਲੀ ਤੋਂ ਕਹਿੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਧੰਨਵਾਦ ਆਪ ਜੀ ਦਾ।
ਗੁਰਬਾਣੀ ਵਿਚਾਰ ਨਾਲ ਜੋੜ ਰਹੇ ਹੋ ਜੀ। ਸਤਿਗੁਰੂ ਜੀ ਆਪ ਜੀ ਨੂੰ ਚੜ੍ਹਦੀਆਂ ਕਲਾਂ ਬਖਸ਼ਣ ਜੀ। ਥੈਂਕ ਯੂ ਭੈਣ ਜੀ। ਮਹਾਰਾਜ ਤੁਹਾਡੇ ਪਰਿਵਾਰ ਨੂੰ ਵੀ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਤੇ ਸਰਦਾਰ ਜਰਨੈਲ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸਰਦਾਰ ਬਲਵਿੰਦਰ ਸਿੰਘ ਜੀ ਸਵਿਟਜ਼ਰਲੈਂਡ ਤੋਂ ਕਹਿੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਜਸਵੀਰ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਬਹੁਤ ਖੂਬ ਵਿਚਾਰ। ਥੈਂਕ ਯੂ ਜੀ। ਸਰਦਾਰ ਮਨਜੀਤ ਸਿੰਘ ਜੀ ਕਾਹਲੋਂ ਫਤਿਹ ਸਾਂਝੀ ਕਰ ਰਹੇ ਨੇ। ਥੈਂਕ ਯੂ ਭਾਈ ਸਾਹਿਬ। ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸਰਦਾਰ ਚਮਕੌਰ ਸਿੰਘ ਜੀ ਫਤਿਹ ਸਾਂਝੀ ਕਰ ਰਹੇ ਨੇ। ਬਹੁਤ ਬਹੁਤ ਧੰਨਵਾਦ। ਮੇਰੇ ਪਾਤਸ਼ਾਹ ਰਹਿਮਤ ਕਰਨ। ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਤੇ ਇਸੇ ਤਰ੍ਹਾਂ ਜੀ ਇੱਧਰ ਹੋਰ ਜਿਹੜੇ ਮੈਸੇਜ ਆਏ ਨੇ। ਹਾਂਜੀ ਅਮਨ ਸੀਰਾ ਜੀ ਥੈਂਕ ਯੂ ਜੀ। ਤੇ ਸਵੀਡਨ ਤੋਂ ਸਰਦਾਰ ਚਰਨਜੀਤ ਸਿੰਘ ਜੀ ਅਰੋੜਾ ਬਹੁਤ ਬਹੁਤ ਧੰਨਵਾਦ। ਤੇ ਸ਼ਿਵੀ ਸਿੰਘ ਜੀ ਡਹਿਲੇ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਬੀਬੀ ਸੁਰਜੀਤ ਕੌਰ ਜੀ ਕੰਗ ਲੈਂਗਲੀ ਤੋਂ ਤੁਹਾਡਾ ਬਹੁਤ ਧੰਨਵਾਦ ਐਂਡ ਹੈਪੀ ਬਰਥਡੇ ਟੂ ਯੂ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਤੇ ਦਮਨ ਸੰਧੂ ਜੀ ਵੁਲਵਰਹੈਂਪਟਨ ਤੋਂ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ। ਤੇ ਬੀਬੀ ਗੁਰਪ੍ਰੀਤ ਕੌਰ ਨੰਦੜਾ ਅਟਕੜ ਬਹੁਤ ਬਹੁਤ ਧੰਨਵਾਦ ਜੀ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਤੇ ਇਸੇ ਤਰ੍ਹਾਂ ਜੀ ਇੱਕ ਦੀਪ ਸਿੰਘ ਜੀ ਤੁਹਾਡਾ ਵੀ ਧੰਨਵਾਦ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਤੇ ਸਰਦਾਰ ਟਹਿਲ ਸਿੰਘ ਜੀ ਹੇਜ਼ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਤੇ ਇਸੇ ਤਰ੍ਹਾਂ ਜੀ ਲੁਧਿਆਣੇ ਤੋਂ ਸਾਡੇ ਵੀਰ ਜੀ ਸਰਦਾਰ ਮਨਜਿੰਦਰ ਸਿੰਘ ਜੀ ਥਿੰਦ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਤੇ ਇੱਕ ਹੋਰ ਮੈਸੇਜ ਆਇਆ ਜੀ ਉਹ ਵੀ ਮੈਂ ਸਾਂਝੇ ਕਰਦਾ ਜਾਵਾਂ। ਹਾਂਜੀ ਉਹ ਮੈਸੇਜ ਹੈ ਜੀ ਸਰਦਾਰ ਤਰਲੋਚਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਬਹੁਤ ਵਧੀਆ ਪ੍ਰੋਗਰਾਮ ਹਮੇਸ਼ਾ ਵਾਂਗ। ਥੈਂਕ ਯੂ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਤੇ ਲਓ ਜੀ ਅੱਜ ਦੀ ਇੰਨੀ ਕੁ ਸੇਵਾ ਪ੍ਰਵਾਨ ਕਰਿਓ। ਤੇ ਕੱਲ੍ਹ ਸਵੇਰੇ ਫਿਰ ਆਵਾਜ਼ ਦੇ ਰਾਹੀਂ ਸਾਂਝ ਪਾਵਾਂਗੇ। ਤੇ ਗੁਰੂ ਮਹਾਰਾਜ ਸਾਨੂੰ ਬਲ ਬਖਸ਼ਣ। ਤੇ ਪ੍ਰੋਗਰਾਮ ਪੇਸ਼ ਕਰਦਿਆਂ ਹੋਈਆਂ ਗਲਤੀਆਂ ਦੀ ਖਿਮਾ। ਜਿੱਥੇ ਰਹੋ ਹਾਸੇ ਵਾਸੇ ਰਹੋ ਚੜ੍ਹਦੀ ਕਲਾ 'ਚ ਰਹੋ। ਮੇਰੇ ਪਾਤਸ਼ਾਹ ਰਹਿਮਤ ਕਰਨ। ਤੇ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।